इंडिया न्यूज़ पंजाब देख रहे हो ਤੁਸੀਂ ਤੇ ਮੈਂ ਬਲਦੀਪ ਸਿੰਘ ਪੰਜਾਬ ਡਿਬੇਟ ਲੈ ਕੇ ਹਾਜ਼ਰ ਹਾਂ। ਬਹੁਤ-ਬਹੁਤ ਸਵਾਗਤ ਹੈ तमाम ਦਰਸ਼ਕਾਂ ਦਾ, ਮਹਿਮਾਨਾਂ ਦਾ। ਸੋ ਗੱਲਬਾਤ ਕਰਾਂਗੇ ਅੱਜ ਜੋ 1 ਸਾਲ ਪੂਰਾ ਹੋ ਗਿਆ, ਪੂਰਾ ਜੋ ਕਿਸਾਨ ਮੋਰਚੇ ਨੂੰ 1 ਸਾਲ ਪੂਰਾ ਹੋ ਗਿਆ, ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ 1 ਸਾਲ ਪੂਰਾ ਹੋ ਗਿਆ। ਸੋ ਉਸੇ ਨੂੰ ਲੈ ਕੇ ਗੱਲਬਾਤ ਕਰਾਂਗੇ, ਕਿਸਾਨਾਂ ਦੇ ਵੀ ਪ੍ਰਤੀਕਰਮ ਜਾਣਾਂਗੇ, ਕਿਸਾਨਾਂ ਦਾ ਕੀ ਕਹਿਣਾ 1 ਸਾਲ ਪੂਰਾ ਹੋਣ ਦੇ ਉੱਪਰ। 26 ਨਵੰਬਰ 2020 ਔਰ ਅੱਜ 26 ਨਵੰਬਰ ਜਿਹੜਾ 2021 26 ਨਵੰਬਰ 2020 ਨੂੰ ਜਿਹੜੇ ਕਿਸਾਨ ਨੇ ਉਹ ਪੰਜਾਬ ਹਰਿਆਣਾ ਤੋਂ ਦਿੱਲੀ ਦੇ ਬਾਰਡਰਾਂ ਤੇ ਪਹੁੰਚੇ ਔਰ ਉੱਥੇ ਜਾ ਕੇ ਮੋਰਚਾ ਸ਼ੁਰੂ ਕੀਤਾ ਔਰ ਅੱਜ 26 ਨਵੰਬਰ 2021 ਨੂੰ ਜਿਹੜਾ ਪੂਰਾ 1 ਸਾਲ ਹੋ ਗਿਆ। ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ, ਹਰਿਆਣਾ ਤੋਂ ਤੇ ਹੋਰ ਸੂਬਿਆਂ ਤੋਂ ਦਿੱਲੀ ਦੇ ਬਾਰਡਰਾਂ ਦੇ ਵੱਲ ਚਾਲੇ ਪਾਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉੱਥੇ ਪਹੁੰਚੇ ਨੇ। ਸੋ ਹਾਲਾਂਕਿ ਕੇਂਦਰ ਸਰਕਾਰ ਨੇ ਇਹ ਵੀ ਐਲਾਨ ਕਰ ਦਿੱਤਾ ਕਿ 3 ਖੇਤੀ ਕਾਨੂੰਨ ਜਿਨ੍ਹਾਂ ਨੂੰ ਲੈ ਕੇ ਕਿਸਾਨ ਪਿਛਲੇ 1 ਸਾਲ ਤੋਂ ਜਿਹੜਾ ਸੰਘਰਸ਼ ਲੜ ਰਹੇ ਨੇ, ਉਹ 3 ਖੇਤੀ ਕਾਨੂੰਨ ਜਿਹੜਾ ਉਹ ਕੇਂਦਰ ਸਰਕਾਰ ਰੱਦ ਕਰਨ ਜਾ ਰਹੀ ਹੈ। ਕੈਬਨਿਟ ਨੇ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕੇਂਦਰੀ ਕੈਬਨਿਟ ਨੇ। ਹੁਣ ਉਹ ਬਿੱਲ ਜਿਹੜਾ 29 ਨਵੰਬਰ ਨੂੰ ਤੋਂ ਜਿਹੜਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਜਾ ਰਿਹਾ ਉਸ ਦੇ ਵਿੱਚ ਪੇਸ਼ ਹੋਵੇਗਾ। ਪੇਸ਼ ਹੋਣ ਤੋਂ ਬਾਅਦ ਦੋਨਾਂ ਸਦਨਾਂ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਬਹੁਮਤ ਦੇ ਨਾਲ ਜਾਂ ਕਹਿ ਲਈਏ ਕਿ ਆਮ ਸਹਿਮਤੀ ਦੇ ਨਾਲ ਜਿਹੜਾ ਉਹ ਬਿੱਲ ਨੂੰ ਪਾਸ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਪਾਸ ਹੋਣ ਤੋਂ ਬਾਅਦ ਉਹ ਰਾਸ਼ਟਰਪਤੀ ਦੇ ਕੋਲ ਜਾਵੇਗਾ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰੇਗੀ ਔਰ ਫਿਰ ਮੁਕੰਮਲ ਰੂਪ ਦੇ ਨਾਲ ਜਿਹੜੇ ਇਹ 3 ਖੇਤੀ ਕਾਨੂੰਨ ਨੇ ਉਹ ਰੱਦ ਹੋ ਜਾਣਗੇ। ਸੋ ਇੱਕ ਲੰਮਾ ਸੰਘਰਸ਼ ਕਿਸਾਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਕੀਤਾ ਹੈਗਾ, ਖੇਤੀ ਕਾਨੂੰਨ ਰੱਦ ਕਰਾਉਣ ਲਈ ਕੀਤਾ ਹੈਗਾ। ਪਰ ਇਸ ਦੇ ਨਾਲ ਹੀ ਕਿਸਾਨ ਇਹ ਵੀ ਮੰਗ ਕਰ ਰਹੇ ਨੇ ਕਿ ਸਾਨੂੰ MSP ਦੇ ਉੱਪਰ ਗਾਰੰਟੀ ਦਿੱਤੀ ਜਾਵੇ ਔਰ ਹੋਰ ਵੀ ਉਹਨਾਂ ਦੀਆਂ तमाम ਮੰਗਾਂ ਹੈਗੀਆਂ ਨੇ। ਉਹ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ, ਜਿਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਸੰਘਰਸ਼ ਦੇ ਦੌਰਾਨ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਮੁਆਵਜ਼ਾ ਜਿਹੜਾ ਉਹ ਉਹਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਿਹੜਾ ਪੋਲਿਊਸ਼ਨ ਦੇ ਉੱਪਰ ਜਿਹੜਾ ਉਹ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਕਿਸਾਨ ਨੇ ਜਿਹੜੇ ਤਰਮੀਮਾਂ ਮੰਗ ਰਹੇ ਨੇ। ਇਸੇ ਦੇ ਉੱਪਰ ਰਾਕੇਸ਼ ਟਿਕੈਤ ਜੋ ਕਿਸਾਨ ਆਗੂ ਨੇ ਅੱਜ ਉਹਨਾਂ ਨੇ ਕੀ ਕੁਝ ਕਿਹਾ वो भी तुहानू सुना देने। लेकिन सरकार शुद्ध नहीं ले रही, उसमें भी हेरा फेरी दिखाती है। अभी 3 कानून वापसी लिए। MSP पे गारंटी का सवाल एक बड़ा है, अभी उसमें भी सरकार बात कर रहा है। 750 किसान शहीद हो गए, उसके बारे में भी सरकार बातचीत शुरू कर रहा है। आह्वान किया गया है, किसानों को बुलाया गया है। अपना ये परिवार के लोग बुलवाए, अपना आगे का सलाह मशवरा करेंगे। सारे बॉर्डरों पर लोग आएंगे आज और बातचीत करेंगे। सिक्योरिटी टाइट कर दी गई 29 नवंबर को देखते हुए कि आगे संसद की तरफ कूच करने वाले हैं किसान, उसको लेकर। वो तो 500 लोग ही तो जाएंगे एक बॉर्डर से, उसमें सिक्योरिटी की जरूरत है। रास्ते खुले हुए हैं तो चले जाएंगे, रास्ते बंद है तो नहीं जाएंगे। जिस तरह से किसान वापसी की घोषणा हो चुकी है, आगे की क्या रणनीति रहेगी? आगे तो अभी तो आंदोलन चल रहा है। अभी तो भारत सरकार जब बातचीत करेगी तो आगे का समाधान निकलेगा। वो बात ही करना नहीं चाहते तो वो तो बगैर बात के कैसे समाधान निकल जाए? भाई बात तो करें कुछ। ਸੋ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜੋ 1 ਸਾਲ ਸੰਘਰਸ਼ ਦਾ 1 ਸਾਲ ਪੂਰਾ ਹੋਣ ਦੇ ਉੱਪਰ ਸਾਡੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਸੋ ਸੁਣ ਲੈਂਦੇ ਹਾਂ ਕੀ ਕਹਿਣਾ ਉਹਨਾਂ ਦਾ। किसान आंदोलन को 1 साल आज पूरा हो गया। 1 साल में बहुत कुछ बदला। किसान आंदोलन ने कई उतार चढ़ाव देखे, लेकिन आज जो हमने आपको सुबह तस्वीर दिखाई कि दोबारा से जो किसान हैं वो भारी संख्या में यहाँ पहुँच रहे हैं। सर्दी फिर से शुरू हो गई है। प्रधानमंत्री ने भी कहा था कि सर्दी बहुत है, किसान घर वापस लौट जाएं, लेकिन क्या किसान घर वापस लौट रहे हैं? जानने के लिए 1 साल पूरा होने पर हमारे साथ किसान नेता राकेश टिकैत साहब मौजूद हैं। उनसे सीधे बात कर लेते हैं। 1 साल बहुत कुछ देखा, थोड़ा जानना चाहेंगे 1 साल में क्या हुआ? भैया आप भी यही है, हम भी यही है। आप बताओ कि आपने क्या देखा? हमने देखा तो देखने की नजरिया है अब अपनी, जो आपने देखा और जो आपके टीवी ने देखा वही हमने देखा। सर्दी आई, गर्मी आई, बरसात आई। हाँ, तो 24 तरह के मौसम आए। हाँ, 24 तरह के मौसम आए। तो अब चल क्या रहा है? अब तो आंदोलन चल रहा है। अब ये 1 साल पहले भी जब मैंने पूछा था आपने कहा था। हाँ, आंदोलन चल रहा है। तो कब तक चलेगा? ये भारत सरकार बताएगी कब तक चलेगा। देश तो ये सोशल मीडिया पे आज सुबह से पूछ रहा है कि आंदोलन कब तक चलेगा। टिकैत साहब से पूछ लीजिए। ना आंदोलन बताएगी भारत सरकार। जी। आंदोलन को चलवा रही भारत सरकार, उनका भी नाम हो रहा। हाँ,
उनसे भी हालांकि लोग पूछते हैं, अब प्रधानमंत्री तो कह चुके हैं कि सर्दी बहुत है, और अभी जब उन्होंने तीनों रिपील की ऐलान कर दिया कानूनों का, तो उन्होंने कहा कि आप घर चले जाइए, हम बाद में बाकी की बातें कर लेंगे। बाद में कैसे हो जाएगी? जो 2011 से अपनी कमेटी बनी हुई, रिपोर्ट दी हुई, लागू नहीं करी, जी बाद में कब बात करेगा? जी अगले 10 साल बाद में। जो एमएसपी पे रिपोर्ट दी थी उन्होंने 2011 में, उसको लागू करता अपनी रिपोर्ट को। जी। तो अब ये वही जो आपने पोस्टर जारी किया था कि एमएसपी नहीं तो आंदोलन वही, ये मतलब अब इसे ग्राउंड पर समझे कि ये अब इस पर आंदोलन चलेगा। आज चल रहा आंदोलन, तो चलिए रहा आंदोलन, कहाँ जा रहा आंदोलन? को पोस्टर से आंदोलन चले। अच्छा, मुझे एक चीज जरूर बता दीजिए, एक साल जो बीता, आपने कहा मैं भी यहीं था, आप भी यहीं थे, सब लोग हम यहीं थे, हम लोग देखते, रोजाना देखते थे। एक साल में जो कोई अनुभव हो आपका ऐसा, जो शायद इससे अच्छी एक याद भी लेकर आया हो, एक बुरी याद भी लेकर आया हो, कोई अनुभव आप साझा करना चाहें? अरे सारे अच्छे बुरे सारे अनुभव यही तो, ये ज्ञान प्राप्त हुआ। जी। ये तो ज्ञान कोठड़ी है, ये तो यहाँ तो आंदोलन तो ज्ञान कोठड़ी होता है। जी हाँ, ज्ञान कोठड़ी होता है भाई, इससे बहुत अनुभव हो, अपनों पराये का अनुभव होता है, जी सरकारें क्या करती है उसका अनुभव होता है, छल का अनुभव होता है, जालसाजी का अनुभव होता है, डराने धमकाने का अनुभव होता है, लालच का अनुभव होता है। जी तो सारी चीजों के अनुभव होते हैं जी कि आंदोलन को कैसे तोड़ा जाता है, वो सब अनुभव होते हैं। जी। तो एक बार देश देख रहा है, प्रधानमंत्री भी देख रहे हैं, सरकार भी देख रही है, ये बता सरकार दीजिए। कहाँ है इसी में कोई दिख रही? वो सरकार ही देख रही होगी, जी। हमें तो दिख नहीं रही कहीं पे सरकार। जी इन्हें चैनल वालों को बहुत जल्दी दिखे सरकार। जी। हाँ। प्रधानमंत्री तो आए थे ना, बोला था उन्होंने कि आप वापस चले जाइए, तीनों कृषि रिपील कर दिए हैं, कानून हाँ, रिपील। बोल रहा था। अच्छा, ये बता दीजिए, मैंने पूरे साल आपसे सवाल पूछा, बात कब बनेगी? बात देखिए आधी से ज्यादा तो बन गई, अब बाकी की कैसे बनेगी? भारत सरकार जब बात करेगी। आपने पत्र लिख दिया, जवाब आया? हाँ, ना जवाब नहीं आया। अभी संकेत मिल रहे हैं कि बात करने को शायद कोई पता नहीं, हमें तो मिल नहीं रहा कोई संकेत। कल शाम को दिल्ली पुलिस ने जो ऊपर बैरिकेड लगे थे गाजीपुर बॉर्डर पर, वो दोबारा से लगा दिए, इसे कैसे देखते हैं? लगा दिए होंगे भाई, उनका काम है लगाने का, जी। हटाने लगाने का उनका काम है। और जब हटाए थे तब आपको क्या लग रहा है, क्या डिफरेंस होगा, क्यों हटाए होंगे, क्यों लगाए होंगे अरे दोबारा? क्या पता हो, तो पुलिस वाले बताओगे, आप उनसे पूछो। अच्छा, ये सवाल इसलिए आपसे है क्योंकि आपने कहा कि रास्ता तो खोल दिया, दिल्ली पुलिस ने बंद किया था, रास्ता खोल दिया आपने बोला, फिर आप दिल्ली जाएंगे खुले हुए रास्तों पर, तो क्या अभी भी दिल्ली जाएंगे? हाँ, खुले हुए रास्तों पर जाएंगे, हमें क्या पता लगाए दिए नहीं लगाए दिए, जाके देखेंगे। जी। जाएंगे दिल्ली में एक बार जाने वाला प्लान दोबारा से बता दीजिए, 29 तारीख का क्या प्लान 29 तारीख को 30 ट्रैक्टरों के साथ में जाएंगे, 500 लोग। है? जी। दिल्ली पुलिस कोई वार्ता करने आई आपसे इस विषय में अभी तक? ना, अभी तक तो कोई ये नहीं आई। मैंने आपसे परसों एक सवाल पूछा था, आपने उसका जवाब दिया कि 24 जनवरी तक सरकार जो है वो बात कर लेगी, मतलब ये आंदोलन खत्म होने की तरफ चला जाएगा। तो अभी उस अंकगणित पर आपकी कोई आगे कोई रणनीति बनी की? अभी तो बहुत टाइम है उसमें, 2 महीने। जी। हाँ, 60 दिन है अभी, 60 में तो 10 घटा दो जी। तो 50 दिन। 50 दिन बहुत महत्वपूर्ण सरकार के लिए है। 50 का मतलब तो 5 होता है, 5 का क्या मतलब होता है? 5 का मतलब है सुधार की तरफ जा रहे हैं, 5 का मतलब ये है। जी। और ये और बता दीजिए कि जिस तरह से ये पूरा एक साल में अब बुजुर्ग किसान यहाँ पर बैठे हुए हैं, प्रधानमंत्री ने कहा था कि ठंड में तो कम से कम वो वापस चले जाएं, तो आप ऐसी कोई अपील करेंगे? अरे क्यों, अरे इनकी तुम बात मान लो, सारे के सारे चले जाएंगे। बात मान लो भाई, सभी चले जाएंगे। और बस बिल्कुल आखिर में बता दीजिए, आज का प्रोग्राम क्या रहने वाला है? श्रद्धांजलि क्या उन किसानों को दी जाएगी जो हाँ, डेथ हुई देंगे है? देंगे, उनको देंगे। 28 और 29 और 27, ये 3 प्लान अंत में बता दीजिए। 28 कल 27 कल है, 28 और 29। कल तो संयुक्त मोर्चे की मीटिंग है, और 29 में ट्रैक्टरों के साथ में 1000 लोग पार्लियामेंट की तरफ कूच करेंगे, जाएंगे। आप महाराष्ट्र भी जा रहे हैं? ਸੋ ਇਸੇ ਉੱਪਰ ਗੱਲਬਾਤ ਕਰਾਂਗੇ, ਅੱਜ ਡਿਬੇਟ ਕਰਾਂਗੇ। ਜੋ ਭਾਜਪਾ ਦੇ ਬੁਲਾਰੇ ਵੀ ਸਾਡੇ ਨਾਲ ਜੁੜ ਚੁੱਕੇ ਨੇ, ਔਰ ਅਕਾਲੀ ਦਲ ਦੇ ਵੀ, ਭਾਜਪਾ ਤੋਂ ਦੀਵਾਨ ਅਮਿਤ ਅਰੋੜਾ ਤੇ ਅਕਾਲੀ ਦਲ ਤੋਂ KP ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ। ਗੱਲਬਾਤ ਕਰਾਂਗੇ, ਔਰ ਵੱਖੋ-ਵੱਖ ਪ੍ਰਤੀਕਰਮ ਵੀ ਆਏ ਨੇ ਅੱਜ, ਔਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਜੋ ਹੈ ਕਿਸਾਨਾਂ ਦੇ ਸੰਘਰਸ਼ ਨੂੰ, ਕਿਸਾਨਾਂ ਨੂੰ ਸਲਾਮ ਕੀਤਾ। ਇਸ ਦੇ ਨਾਲ ਹੀ ਸੁਖਬੀਰ ਬਾਦਲ ਉਹਨਾਂ ਨੇ ਵੀ ਟਵੀਟ ਕੀਤਾ। ਹਰਸਿਮਰਤ ਕੌਰ ਬਾਦਲ ਨੇ ਵੀ ਜਿਹੜਾ ਉਹ ਕਿਹਾ ਕਿ ਕਿਸਾਨਾਂ ਨੂੰ ਸਿਰ ਝੁਕਦਾ। ਇਸ ਦੇ ਨਾਲ ਹੀ ਹੋਰ ਵੀ ਅਰਵਿੰਦ ਕੇਜਰੀਵਾਲ ਸਭ ਨੇ ਇਸ ਦੇ ਉੱਪਰ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਨੇ। ਗੱਲਬਾਤ ਕਰਾਂਗੇ।
ਅਮਿਤ ਜੀ, ਕਿਵੇਂ ਦੇਖਦੇ ਹੋ, 1 ਸਾਲ ਪੂਰਾ ਹੋ ਗਿਆ ਕਿਸਾਨ ਸੰਘਰਸ਼ ਨੂੰ, ਔਰ ਅੱਜ ਜਿਹੜੇ ਨੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਕਿਸਾਨ ਜਿਹੜੇ ਨੇ ਉਹ ਇਕੱਠਾ ਹੋ ਰਹੇ ਨੇ, ਤੇ ਉਸ ਤੋਂ ਬਾਅਦ ਜੋ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਖੈਰ ਕਿ 3 ਖੇਤੀ ਕਾਨੂੰਨ ਨੇ ਜਿਹੜੇ ਉਹ ਸੰਸਦ ਦੇ ਸਰਦਰੁੱਤ ਇਜਲਾਸ ਦੇ ਵਿੱਚ ਰੱਦ ਕੀਤੇ ਜਾਣਗੇ। ਤੁਸੀਂ ਕਿਵੇਂ ਦੇਖਦੇ ਹੋ ਜੋ ਕਿਸਾਨ ਹੁਣ MSP ਦੀ ਗਾਰੰਟੀ ਔਰ ਬਾਕੀ ਜਿਹੜੀਆਂ ਉਹਨਾਂ ਨੇ 5 ਮੰਗਾਂ ਹੋਰ ਰੱਖੀਆਂ ਨੇ, ਇਸ ਦੇ ਨਾਲ ਹੀ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਔਰ MSP ਦੀ ਗਾਰੰਟੀ ਦੀ ਗੱਲ ਕਿਸਾਨ ਕਰ ਰਹੇ ਨੇ? ਬਲਦੀਪ ਸਿੰਘ ਜੀ, ਕਿ ਸਭ ਤੋਂ ਜਿਹੜੀ ਵੱਡੀ ਗੱਲ ਕਿਸਾਨ ਅੰਦੋਲਨ ਦਾ ਜਿਹੜਾ ਪੋਜ਼ਿਟਿਵ ਪੱਖ ਹੈ ਕਿ ਬਹੁਤ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਔਰ ਪੰਜਾਬ ਤੋਂ ਬਾਹਰ ਦੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਕਿਸਾਨ ਅੰਦੋਲਨ ਦੇ ਰਾਹੀਂ ਪੂਰਾ ਯਤਨ ਕੀਤਾ। ਜਿਹੜਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਹੈ ਕਿ ਹਿੰਦੂ ਸਿੱਖ ਸਮਾਜ ਨੂੰ ਲੜਾਉਣ ਦੀ ਸਾਜ਼ਿਸ਼ ਇਸ ਅੰਦੋਲਨ ਦੇ ਰਾਹੀਂ ਕੀਤੀ ਗਈ, ਉਹ ਅੰਦੋਲਨ ਜਿਹੜਾ ਹੈ ਇਹ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਕਾਨੂੰਨ ਵਾਪਸ ਲਏ ਹੈ ਉਹ ਇੱਕ ਬੜੀ ਵੱਡੀ ਉਪਲਬਧੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਆਭਾਰ ਵੀ ਵਿਅਕਤ ਕੀਤਾ। ਲੇਕਿਨ ਇਹਦੇ ਨਾਲ ਨਾਲ ਮੈਂ ਵੀ ਕਹਾਂਗਾ ਕਿ ਕਿਸਾਨ ਜਥੇਬੰਦੀਆਂ ਦਾ ਆਪਸੀ ਤਾਲਮੇਲ ਉਹਦੇ ਕਰਕੇ ਵੀ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੀਆਂ ਤੇ ਪੰਜਾਬ ਦੇ ਬਾਹਰਲੀਆਂ ਕਮਿਊਨਿਸਟ ਪਾਰਟੀਆਂ ਵਗੈਰਾ, ਇਹ ਉਹਨਾਂ ਦਾ ਮੰਤਵ ਜਿਹੜਾ ਵਾ ਜਾਂ ਉਹਨਾਂ ਦੀ ਕਿਸੇ ਵੀ ਚੇਸ਼ਟਾ ਦੇ ਵਿੱਚ ਜਾਂ ਉਹਨਾਂ ਦੇ ਪ੍ਰਵੋਗਿਜ਼ਮ ਦੇ ਵਿੱਚ ਇਹ ਕਿਸਾਨ ਜਥੇਬੰਦੀਆਂ ਨਹੀਂ ਆਈਆਂ। ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਇਨਵਾਲਵ ਨਹੀਂ ਹੋਣ ਦਿੱਤਾ। ਇਹ ਸਭ ਤੋਂ ਵੱਡੀ ਜਿਹੜੀ ਹੈ ਇਹ ਕਿਸਾਨ ਅੰਦੋਲਨ ਦੀ ਉਪਲਬਧੀ ਹੈ। ਅਮਰ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜੋ ਤੁਸੀਂ ਜੋ ਹਵਾਲਾ ਦਿੱਤਾ ਹੈਗਾ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਜੋ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਕਿ ਜੋ ਭਾਈਚਾਰਕ ਸਾਂਝ ਦੇ ਵਿੱਚ ਜਿਹੜਾ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਤੁਹਾਨੂੰ ਕੌਣ ਕੋਸ਼ਿਸ਼ ਕਰ ਰਿਹਾ ਸੀ? ਇਹ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਬਾਕੀ ਜਿੰਨੀਆਂ ਪਾਰਟੀਆਂ ਹੈ ਇਹ ਸਾਰੀਆਂ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਲੱਗੀਆਂ ਸੀ, ਇੱਕ ਦੂਜੇ ਨੂੰ ਲੜਾਉਣ ਤੇ ਲੱਗੀਆਂ ਸੀ। ਇਸ ਅੰਦੋਲਨ ਨੂੰ, ਇਸ ਪਵਿੱਤਰ ਅੰਦੋਲਨ ਨੂੰ ਇੱਕ ਧਰਮ ਦੇ ਨਾਲ ਜੋੜਿਆ ਗਿਆ, ਇੱਕ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਸੋ ਗੱਲ ਇਹ ਹੈ ਕਿ ਇਹ ਕਿਸਾਨ ਜਥੇਬੰਦੀਆਂ ਦੇ ਆਪਸੀ ਤਾਲਮੇਲ ਨੇ ਇਸ ਸ਼ਡਿਅੰਤਰ ਨੂੰ, ਇਸ ਸਾਜ਼ਿਸ਼ ਨੂੰ ਵਿਫਲ ਕੀਤਾ ਔਰ ਪ੍ਰਧਾਨ ਮੰਤਰੀ ਜੀ ਨੇ ਜੇ ਕਾਨੂੰਨ ਨੀਵੇਂ ਕਹਿ ਕੇ ਜੇ ਵਾਪਸ ਲਏ ਹੈ ਤੇ ਉਹਦੇ ਨਾਲ ਇਹ ਸਾਜ਼ਿਸ਼ ਜਿਹੜੀ ਹੈ ਇਹ ਨਾਕਾਮ ਹੋਈ ਹੈ। ਠੀਕ ਹੈ। GS ਬਾਲੀ ਜੀ ਵੀ ਕਾਂਗਰਸ ਤੋਂ ਜੁੜ ਗਏ ਨੇ। ਬਾਲੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਤੇ। ਜੋ ਕਹਿ ਰਹੇ ਨੇ ਅਮਿਤ ਜੀ, ਜਿਵੇਂ ਕਹਿ ਰਹੇ ਨੇ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਜੋ ਜਥੇਦਾਰ ਨੇ ਅਕਾਲ ਤਖਤ ਸਾਹਿਬ ਦਾ, ਉਹਨਾਂ ਦਾ ਬਿਆਨ ਦਾ ਹਵਾਲਾ ਦੇ ਕੇ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਦੇ ਜ਼ਰੀਏ ਫੁੱਟ ਪਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਭਾਈਚਾਰੇ ਦੇ ਵਿੱਚ, ਔਰ ਬੀਜੇਪੀ ਨੂੰ ਛੱਡ ਕੇ ਬਾਕੀ ਪਾਰਟੀਆਂ ਨੇ ਇਹ ਜਿਹੜਾ ਉਹ ਛੜਯੰਤਰ ਰਚਿਆ। ਇਹ ਕਹਿ ਰਹੇ ਨੇ ਬੀਜੇਪੀ ਦੇ ਪ੍ਰਵਕਤਾ ਦੀਵਾਨ। ਤੁਸੀਂ ਕਿਵੇਂ ਇਸ ਦੇ ਉੱਪਰ ਰਿਐਕਸ਼ਨ ਦੋਗੇ? देखो मानयोग, मैं सिर्फ एक गल कहना चाहूंगा, चलो शायद उन्होंने अच्छी गल कही है। हरप्रीत सिंह जी तो मानयोग ने, सत्कारयोग ने, साडे जथेदार साहबान ने, असीं तो उन्हां दी गल ते फुल चढ़ाने हैं। जो अरोड़ा साहब मेरे वीर जी ने जो गल कही है हिंदू सिख नूं लड़ाउण दी, या तां पार्टी दा नाम है कि किस पार्टी ने कीती, ते जे पार्टियां दा नाम ले रहे ते पार्टियां दा नाम है कि किहड़ियां पार्टियां ने ਇਹੋ ਜਿਹੀ ਗੱਲਬਾਤ ਕੀਤੀ। ਹਿੰਦੂ ਸਿੱਖ ਏਕਤਾ ਪੰਜਾਬ ਦੇ ਅੰਦਰ ਕਦੀ ਵੀ ਵੱਖ ਨਹੀਂ ਹੋ ਸਕਦੀ, ਨਾ ਹਿੰਦੂ ਸਿੱਖ ਏਕਤਾ ਕਦੀ ਇੱਧਰ ਉੱਧਰ ਹੋ ਸਕਦੀ ਹੈ। ਅਸੀਂ ਪਿਛਲੇ ਬੜੇ ਭਾਰੀ ਸਮੇਂ 'ਚ ਵੀ ਇਹ ਚੀਜ਼ਾਂ ਦੇਖੀਆਂ, 1984 82 ਤੋਂ ਲੈ ਕੇ 92 ਤੱਕ ਅਸੀਂ ਦੇਖਿਆ। ਇਹਨਾਂ ਚੀਜ਼ਾਂ ਅਸੀਂ ਕਦੀ ਅਲੱਗ ਨਹੀਂ ਹੋ ਸਕਦੇ ਆਪਣੇ ਕੋਲ। ਸਾਡਾ ਨਹੁੰ ਔਰ ਮਾਸ ਦਾ ਕਹਿਣ ਵਾਲਾ ਰਿਸ਼ਤਾ ਨਹੀਂ, ਇਹ ਵਾਕਈ ਸੱਚਾ ਰਿਸ਼ਤਾ ਹੈਗਾ। ਸਾਡੇ ਘਰਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਨੇ। ਸਾਡੇ ਭਰਾ ਗਲੀਨ ਸ਼ੇਵ ਨੇ ਤੇ ਅਸੀਂ ਦਸਤਾਰ ਵਾਲੇ ਹਾਂ, ਤੇ ਸਾਡੇ ਬੱਚੇ ਜਿਹੜੇ ਨੇ ਉਹ ਗਲੀਨ ਸ਼ੇਵ ਨੇ ਤੇ ਅਸੀਂ ਦਸਤਾਰ ਵਾਲੇ। ਸਾਡਾ ਕਦੀ ਰਿਸ਼ਤਾ ਖਤਮ ਨਹੀਂ ਹੋ ਸਕਦਾ। ਮੈਂ ਮਾਨਯੋਗ ਬੀਜੇਪੀ ਦੇ ਜਿਹੜੇ ਪ੍ਰਵਕਤਾ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਪਾਰਟੀਆਂ ਦਾ ਨਾਂ ਸਪਸ਼ਟ ਕਰਨ ਕਿ ਕਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਇਹ ਗੱਲ ਕੀਤੀ। ਤਾਂ ਰਾਜਨੀਤਿਕ ਪਾਰਟੀਆਂ ਤੇ ਤਿੰਨ ਹੀ ਨੇ, ਤੇ ਚੌਥੇ ਤੁਸੀਂ ਹੋ। ਇਹ ਗੱਲ ਤੁਸੀਂ ਦੱਸੋ, ਕਲੀਅਰ ਕਰੋ ਵੀ ਕਿੰਨਾ ਪਾਰਟੀਆਂ ਨੇ। ਅਗਲਾ ਬਿਆਨ ਮੈਂ ਫੇਰ ਦਿਆਂ। ਠੀਕ ਹੈ ਦੀਵਾਨ ਜੀ, ਤੁਸੀਂ ਰਿਐਕਸ਼ਨ ਦਿਓ, ਉਸ ਤੋਂ ਬਾਅਦ ਮੈਂ KP ਜੀ ਕੋਲ ਆਉਂਗਾ। ਬਲਦੀਪ ਜੀ, ਇਸ ਤਰ੍ਹਾਂ ਕਿ ਜੋ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਔਰ ਉਹਨਾਂ ਨੇ ਏਡੀ ਵੱਡੀ ਗੱਲ ਕਹੀ ਔਰ ਉਹਨਾਂ ਕੋਲ ਜਿਹੜਾ ਫੀਡਬੈਕ ਜਾਂਦਾ ਹੈ ਪੂਰੇ ਪੰਜਾਬ ਦਾ, ਪੂਰੇ ਹਿੰਦੁਸਤਾਨ ਦਾ, ਉਹ
ਉਹਨਾਂ ਨੇ ਜਦ ਕਿਸੇ ਪੋਲੀਟੀਕਲ ਪਾਰਟੀ ਦਾ ਨਾਮ ਨਹੀਂ ਲਿਆ, ਉਹਨਾਂ ਨੇ ਐਡੀ ਵੱਡੀ ਗੱਲ ਕਹਿਤੀ ਕਿ ਭਾਈ ਇਹ ਹਿੰਦੂ ਸਿੱਖ ਏਕਤਾ ਨੂੰ ਮਿਲਾਉਣ ਦੀ ਤੋੜਨ ਦੀ ਕੋਸ਼ਿਸ਼ ਸੀ। ਉਹ ਤੁਹਾਡੇ ਸਾਹਮਣੇ ਹੈ, ਜਿਸ ਵੇਲੇ ਅਕਾਲੀ ਬੀਜੇਪੀ ਅਲਾਇੰਸ, ਅਕਾਲੀ ਦਲ ਬੀਜੇਪੀ ਤੋਂ ਅਲੱਗ ਹੈ, ਤੇ ਸਭ ਨਾਲੋਂ ਜ਼ਿਆਦਾ ਨੱਚਣ ਵਾਲਾ ਕੰਮ, ਸਭ ਨਾਲੋਂ ਜ਼ਿਆਦਾ ਖੁਸ਼ ਹੋਣ ਦਾ ਕੰਮ ਜਿਹੜਾ ਹੈ ਉਹ ਕਾਂਗਰਸ ਦੇ ਲੋਕਾਂ ਨੇ ਕੀਤਾ। ਇਹ ਤਾਂ ਪੂਰੀ ਦੁਨੀਆ ਜਾਣਦੀ ਹੈ ਕਿ ਕਾਂਗਰਸ ਨੇ ਹਮੇਸ਼ਾ ਲੜਾਉਣ ਦੀ ਕੋਸ਼ਿਸ਼ ਕੀਤੀ, ਪੂਰੇ ਮੁਲਕ ਦੇ ਵਿੱਚ ਹਿੰਦੂ ਮੁਸਲਮਾਨ ਨੂੰ ਲੜਾਉਣ ਦੀ ਕੋਸ਼ਿਸ਼, ਪੂਰੇ ਮੁਲਕ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼। ਇਹ ਸ਼ੁਰੂ ਤੋਂ ਹੀ ਕੁਝ ਹਰਕਤਾਂ ਨੇ ਕਾਂਗਰਸ ਦੀਆਂ, ਔਰ ਹੁਣ ਆਮ ਆਦਮੀ ਪਾਰਟੀ ਵੀ ਉਸੇ ਲੀਹ ਤੇ ਹੈ। ਆਮ ਆਦਮੀ ਪਾਰਟੀ ਦੇ ਜਦੋਂ ਆਉਂਦੇ ਆ ਨੇਤਾ ਪੰਜਾਬ ਦੇ ਵਿੱਚ, ਉਹ ਵੀ ਲੜਾਉਣ ਦੀ ਕੋਸ਼ਿਸ਼ ਕਰਦੇ ਆ, ਹਿੰਦੂ ਸਿੱਖ ਭਾਈਚਾਰੇ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਗਾਂਧੀ ਸਾਹਿਬ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਇੱਕ ਪਰਿਵਾਰ ਦੇ ਵਿੱਚ ਵਸਦਾ। ਜੇ ਵੱਡਾ ਭਰਾ ਕੇਸਧਾਰੀ ਹੈ ਤੇ ਛੋਟਾ ਭਰਾ ਸਹਿਧਾਰੀ ਹੈ। ਦੀਵਾਨ ਸਾਹਿਬ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹ ਜਿਹੜਾ ਇਲਜ਼ਾਮ ਲਾ ਰਹੇ ਹੋ ਕਿ ਕਾਂਗਰਸ ਨੇ ਜਿਹੜੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਗਰ ਤੁਸੀਂ 3 ਖੇਤੀ ਕਾਨੂੰਨ ਜਿਹੜੇ ਹੁਣ ਰੱਦ ਕਰਨ ਦਾ ਐਲਾਨ ਕੀਤਾ ਪੀਐਮ ਮੋਦੀ ਨੇ, ਇਹ ਤੁਸੀਂ ਪਹਿਲਾਂ ਹੀ ਕਰ ਦਿੰਦੇ ਤਾਂ ਇਹ ਨੌਬਤ ਇਹ ਸਵਾਲ ਹੀ ਨਾ ਖੜਾ ਹੁੰਦਾ ਕਿ ਭਾਈਚਾਰਕ ਸਾਂਝ ਦੇ ਵਿੱਚ ਫੁੱਟ ਪੈਣ ਦੀ ਗੱਲ ਹੀ ਨਾ ਹੁੰਦੀ। ਬਲਦੀਪ ਦੀ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਉਹ ਕਿਹਨਾਂ ਨੇ ਖੋਲਿਆ? ਮੋਦੀ ਜੀ ਨੇ। ਗੁਰਪੁਰਬ ਤੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦਾ ਜੇ ਐਲਾਨ ਕੀਤਾ ਤਾਂ ਕਿਹਨਾਂ ਨੇ ਕੀਤਾ? ਮੋਦੀ ਜੀ ਨੇ। ਤੇ ਭਾਰਤੀ ਜਨਤਾ ਪਾਰਟੀ ਔਰ ਮੋਦੀ ਜੀ ਉਹਨਾਂ ਦਾ ਸਿੱਖ ਧਰਮ ਦੇ ਨਾਲ, ਸਿੱਖ ਸਮਾਜ ਦੇ ਨਾਲ ਪਹਿਲੇ ਤੋਂ ਹੀ ਗੂੜ ਰਿਸ਼ਤਾ ਵਾ। ਉਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਪੂਰੀ ਦੁਨੀਆ, ਪੂਰਾ ਸਮਾਜ, ਆਪਾਂ ਬਾਕੀ ਬੁਲਾਰੇ ਦੇ ਨਾਲ ਜੁੜ ਲਈਏ। ਆਮ ਆਦਮੀ ਪਾਰਟੀ ਤੋਂ ਆਰਪੀਐਸ ਮਲਹੋਤਰਾ ਵੀ ਜੁੜ ਗਏ ਨੇ। ਮਲਹੋਤਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੰਡੀਅਨ ਨਿਊਜ਼ ਪੰਜਾਬ ਦੇ। ਜੋ ਕਾਂਗਰਸ, ਜੋ ਆਮ ਆਦਮੀ ਅਕਾਲੀ ਦਲ ਦੇ ਬੁਲਾਰੇ ਜੁੜੇ ਹੋਏ ਨੇ, ਕੇਪੀ ਸ਼ਰਮਾ ਜੀ, ਜਿਵੇਂ ਕਿ ਭਾਜਪਾ ਦੇ ਬੁਲਾਰੇ ਵੀ ਬੋਲ ਰਹੇ, ਕਹਿ ਰਹੇ ਨੇ ਕਿ ਜੋ ਭਾਈਚਾਰਕ ਸਾਂਝ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅਕਾਲੀ ਦਲ ਤਾਂ ਖਾਸ ਤੌਰ ਤੇ ਇਹ ਗੱਲ ਦਾ ਜੋ ਜ਼ਿੰਮਾ ਲੈਂਦੀ ਹੈ, ਪ੍ਰਚਾਰ ਵੀ ਕਰਦੀ ਹੈ ਕਿ ਭਾਈਚਾਰਕ ਸਾਂਝ ਕਾਇਮ ਕਰਨ ਦੇ ਲਈ ਅਕਾਲੀ ਦਲ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਔਰ ਕਰ ਵੀ ਰਹੀ ਹੈ। ਤੁਸੀਂ ਕਿਵੇਂ ਇਸ ਬਿਆਨ ਨੂੰ ਦੇਖਦੇ ਹੋ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਹੈਗਾ? ਬਲਦੀਪ ਜੀ, ਪਹਿਲੀ ਵਾਰ ਮੈਂ ਸੁਣਿਆ ਹੈ बीजेपी ਦੇ ਕਿਸੇ ਆਗੂ ਤੋਂ ਕਿ ਬੜਾ ਪਵਿੱਤਰ ਅੰਦੋਲਨ ਸੀ, ਵਰਨਾ ਹੁਣ ਤੱਕ ਇਹ ਪਵਿੱਤਰ ਅੰਦੋਲਨ ਕਦੀ ਮੈਂ ਕਿਸੇ बीजेपी ਦੇ ਪ੍ਰਵਕਤਾ ਦੇ ਮੂੰਹ ਤੋਂ ਨਹੀਂ ਸੀ ਸੁਣਿਆ। ਦੂਜੀ ਗੱਲ, ਜਿੱਥੋਂ ਤੱਕ ਮੇਰੇ ਵੀਰ ਅਮਿਤ ਅਰੋੜਾ ਜੀ ਨੇ ਭਾਈਚਾਰਕ ਸਾਂਝ ਖਰਾਬ ਹੋਣ ਦੀ ਗੱਲ ਕੀਤੀ ਹੈ, ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ, ਕਿਉਂਕਿ ਮੈਂ ਸਮਝਦਾ ਵੀ ਅਗਰ ਭਾਈਚਾਰਕ ਸਾਂਝ ਕਿਤੇ ਮਜ਼ਬੂਤ ਹੋਈ ਹੈ ਤਾਂ ਪਹਿਲੀ ਵਾਰ, ਇਹ ਫਸਟ ਟਾਈਮ, ਮੈਂ ਤਾਂ ਕਹਿੰਦਾ ਵੀ ਪੰਜਾਬ ਦੀ ਨਹੀਂ, ਇੰਡੀਆ ਦੀ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਜਿੱਥੇ ਕਿਤੇ ਪੰਜਾਬ ਔਰ ਹਰਿਆਣਾ ਦੇ ਆਪਸੀ ਸੰਬੰਧ ਕਦੇ ਪਾਣੀ ਨੂੰ ਲੈ ਕੇ, ਕਦੀ ਨਹਿਰੀ ਨੂੰ ਲੈ ਕੇ, ਕਦੇ ਕਿਸੇ ਮਸਲੇ ਨੂੰ ਲੈ ਕੇ ਉਲਝਦੇ ਰਹੇ ਆ, ਹਰਿਆਣੇ ਦੇ ਯੂਪੀ ਨਾਲ ਉਲਝਦੇ ਰਹੇ ਆ। ਇਹ ਪਹਿਲੀ ਵਾਰੀ ਹੋਇਆ ਕਿ ਸਮੁੱਚੇ ਮੁਲਕ ਦਾ ਕਿਸਾਨ ਇੱਕ ਆਵਾਜ਼, ਸਾਰੇ ਮਤਭੇਦ ਭੁਲਾ ਕੇ, ਸਾਰੀ ਭਾਈਚਾਰਕ ਜਿਹੜੀ ਆਪਾਂ ਕਹਿ ਰਹੇ ਆ ਵੀ ਮਤਭੇਦ ਵਾਲੀ ਗੱਲ ਸੀ, ਉਹ ਸਾਰੀ ਗੱਲਾਂ ਭੁਲਾ ਕੇ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ। ਔਰ ਇਹ ਡੈਮੋਕ੍ਰੇਸੀ 'ਚ ਮੈਂ ਇਹਨੂੰ ਕਿਸੇ ਦੀ ਜਿੱਤ ਹਾਰ ਨਹੀਂ ਕਹਿੰਦਾ ਕਿ ਕਿਸੇ ਦੀ ਇਹ ਜਿੱਤ ਹੋਈ ਹੈ ਜਾਂ ਹਾਰ ਹੋਈ ਹੈ। ਮੈਂ ਸਮਝਦਾ ਵੀ ਡੈਮੋਕ੍ਰੇਸੀ ਜਿੱਤੀ ਹੈ। ਦੇਸ਼ ਨੇ ਸਾਬਤ ਕਰਤਾ ਕਿ ਜੇ ਦੇਸ਼ ਦੇ ਲੋਕ ਕਿਸੇ ਅਨਿਆਂ ਦੇ ਖਿਲਾਫ, ਕਿਸੇ ਗਲਤ ਕਾਲ ਦੇ ਖਿਲਾਫ ਇਕੱਠੇ ਹੋ ਕੇ ਗੈਰ ਹਿੰਸਕ ਅੰਦੋਲਨ ਅਗਰ ਕੋਈ ਚਲਾ ਸਕਦੇ ਆ ਤਾਂ ਇੰਡੀਆ 'ਚ ਮੈਂ ਤੈਨੂੰ ਪਹਿਲਾ ਅੰਦੋਲਨ ਸਮਝਾਂਗਾ ਜਿਸ ਨੇ ਕਿ ਸਾਬਤ ਕਰਤਾ ਕਿ ਤੁਸੀਂ ਅਹਿੰਸਕ ਢੰਗ ਦੇ ਨਾਲ, ਹਾਲਾਂਕਿ ਤੁਸੀਂ ਦੇਖੋ ਕਿੰਨਾ ਨੁਕਸਾਨ, 700 ਤੋਂ ਵੱਧ ਜਾਨਾਂ ਇਸ ਅੰਦੋਲਨ 'ਚ ਗਈਆਂ, ਪਰੰਤੂ ਭਾਈਚਾਰਕ ਸਾਂਝ ਦੀ ਜਿੱਥੋਂ ਤੱਕ ਗੱਲ ਹੈ, ਅੱਜ ਤੱਕ ਬਹੁਤ ਲੋਕਾਂ ਨੇ, ਬਹੁਤ ਤਾਕਤਾਂ ਨੇ, ਕਹਿ ਲੋ ਏਜੰਸੀਆਂ ਨੇ ਕੋਸ਼ਿਸ਼ਾਂ ਵੀ ਕਰ ਲੀਆਂ, ਇਹ ਭਾਈਚਾਰਕ ਸਾਂਝ ਤੱਕ ਹੁਣ ਤੱਕ ਕੋਈ ਤਰੇੜ ਨਹੀਂ ਪਾ ਸਕਿਆ। ਔਰ ਮੈਂ ਤਾਂ ਅਰਦਾਸ ਕਰਦਾ ਕਿ ਕਦੀ ਇਹ ਤਰੇੜ ਆਉਣ ਵਾਲੇ ਸਮੇਂ 'ਚ ਵੀ ਕਦੇ ਨਾ ਪਵੇ, ਕਿਉਂਕਿ ਇਹ ਤੰਦਾਂ ਬੜੀਆਂ ਮਜ਼ਬੂਤ ਹੈ। ਇਹ ਕਿਸੇ ਦੀ ਸਾਜ਼ਿਸ਼ਾਂ ਨਾਲ ਬਹੁਤ ਹੋ ਲਿਆ। ਤੁਹਾਡੇ ਸਾਹਮਣੇ ਕਿੰਨੇ ਨੁਕਸਾਨ ਹੋਲੇ, ਪੰਜਾਬ ਦੇ ਆਰਥਿਕ ਨੁਕਸਾਨ ਹੋਲੇ, ਜਾਨੀ ਨੁਕਸਾਨ ਹੋਲੇ, ਪਰੰਤੂ ਕੋਈ ਭਾਈਚਾਰਕ ਸਾਂਝ ਨੂੰ ਕੋਈ ਤੋੜ ਨਹੀਂ ਅੱਜ ਤੱਕ ਸਕਿਆ। ਇਹ ਜਿਹੜੀ ਅੰਦੋਲਨ ਨੇ, ਜੇ ਆਪਾਂ ਕਹਾਂਗੇ ਵੀ ਭਾਈਚਾਰਕ ਅੰਦੋਲਨ ਨੂੰ ਖਰਾਬ ਕੀਤਾ, ਸਾਂਝ ਨੂੰ ਖਰਾਬ ਕੀਤਾ, ਮੈਂ ਇਸ ਗੱਲ ਨਾਲ ਕਤਈ ਸਹਿਮਤ ਨਹੀਂ, 0.1% ਵੀ ਸਹਿਮਤ ਨਹੀਂ। ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਨੂੰ ਤੁਸੀਂ ਬਣਾਈ ਕਰ ਰਹੇ ਹੋ, ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਨੂੰ ਤੁਸੀਂ ਬਣਾਈ ਕਰ ਰਹੇ ਹੋ।
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਤਜਰਬੇਕਾਰ ਹੈ, ਬਹੁਤ ਸੂਝਵਾਨ ਹੈ, ਬੜੀ ਉਹਨਾਂ ਦੀ ਉੱਚ ਪਦਵੀ ਹੈ। ਉਹਨਾਂ ਨੇ ਜੋ ਵੀ ਕਿਹਾ ਉਹਨਾਂ ਦੀ ਆਪਣੀ ਮਨਸ਼ਾ ਹੋ ਸਕਦਾ। ਮੈਂ ਇਹ ਸਮਝਦਾ ਵੀ ਇਸ ਅੰਦੋਲਨ ਨੇ ਕਿਸਾਨ ਨੇ ਹਿੰਦੂ ਸਿੱਖ ਭਾਈਚਾਰੇ ਦੀ ਹੋਰ ਸਾਰੇ ਭਾਈਚਾਰਿਆਂ ਦੀ ਏਕਤਾ ਨੂੰ ਮਜ਼ਬੂਤ ਕੀਤਾ। ਉਹਨਾਂ ਨੇ ਕਦੀ ਨਹੀਂ ਕਿਹਾ ਵੀ ਟੁੱਟ ਗਈ। ਠੀਕ ਹੈ, ਆਮ ਆਦਮੀ ਪਾਰਟੀ ਦੇ ਜੋ ਬੁਲਾਰੇ ਜੁੜੇ ਨੇ ਆਰਪੀਐਸ ਮਲਹੋਤਰਾ ਜੀ, ਤੁਸੀਂ ਕਿਵੇਂ ਦੇਖਦੇ ਹੋ ਜੋ ਇਸ ਕਿਸਾਨ ਅੰਦੋਲਨ ਨੇ 1 ਸਾਲ ਅੱਜ ਪੂਰਾ ਹੋ ਗਿਆ ਔਰ ਜੋ ਭਾਜਪਾ ਦੇ ਆਗੂ ਵੀ ਇਹ ਕਹਿ ਰਹੇ ਨੇ ਕਿ ਭਾਈਚਾਰਕ ਜਿਹੜੀ ਹੈ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਦੂਜੇ ਪਾਸੇ ਅਕਾਲੀ ਦਲ ਕਹਿ ਰਿਹਾ ਕਿ ਹਰਿਆਣਾ ਜਿਹੜਾ ਹੈ ਉਹ ਲਗਾਤਾਰ ਜੋ ਵਿਵਾਦ ਰਿਹਾ ਪੰਜਾਬ ਦੇ ਨਾਲ ਪਾਣੀਆਂ ਦੇ ਮਸਲੇ ਤੇ ਹੋਰ ਮਸਲਿਆਂ ਦੇ ਉੱਪਰ, ਪਰ ਪਹਿਲੀ ਵਾਰ ਜਿਹੜਾ ਉਹ ਇਕੱਠਾ ਦੇਖਣ ਨੂੰ ਮਿਲਿਆ। ਇਸ ਕਿਸਾਨ ਮੋਰਚੇ ਨੇ ਜੋ ਹੈ ਉਹ ਦੋਨਾਂ ਸੂਬਿਆਂ ਨੂੰ ਇੱਕ ਤਰ੍ਹਾਂ ਇਕਜੁੱਟ ਕਰ ਦਿੱਤਾ। ਬਲਦੀਪ ਜੀ ਦੇਖੋ, ਹੁਣ ਤੱਕ ਪਿਛਲੇ 1 ਸਾਲ ਵਿੱਚ ਅਸੀਂ ਦੇਖਿਆ ਹੈ ਕਿ ਭਾਜਪਾ ਦੇ ਆਗੂ ਜਿਹੜੀ ਵੀ ਸਟੇਟਮੈਂਟ ਦਿੰਦੇ ਨੇ, ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਸਿਰਫ ਉਹਨੂੰ ਸੁਣ ਕੇ ਮੁਸਕਰਾ ਦਿੰਦੇ ਹੋਣੇ ਕਿ ਬਈ ਇਹ ਕਰਦੇ ਕੀ ਹੈ ਤੇ ਕਹਿੰਦੇ ਕੀ ਹੈਗੇ ਹੈ। ਤੋ ਮੇਰੇ ਖਿਆਲ ਨਾਲ ਇਸ ਤੇ ਜ਼ਿਆਦਾ ਆਪਾਂ ਨੂੰ ਚਰਚਾ ਕਰਨ ਦੀ ਲੋੜ ਨਹੀਂ। ਪੰਜਾਬ ਦੇ ਲੋਕ ਜਿਹੜੇ ਆ ਉਹ ਰੋਟੀ ਨੂੰ ਚੋਚੀ ਦਾ ਕਹਿੰਦੇ ਨਹੀਂ। ਹਰ ਕੋਈ ਸਮਝਦਾ ਹੈ ਕਿ ਵੀ ਕੋਈ ਕੌਣ ਕਿੱਥੋਂ ਬੋਲ ਰਿਹਾ ਤੇ ਕੀ ਬੋਲ ਰਿਹਾ ਤੇ ਉਹਦੀ ਕੀ ਕਰਨੀ ਹੈਗੀ ਹੈ। ਤੋ ਮੇਰੇ ਖਿਆਲ ਨਾਲ ਇਸ ਤੋਂ ਜ਼ਿਆਦਾ ਟਿੱਪਣੀ ਕਰਨ ਦੀ ਮੈਨੂੰ ਲੋੜ ਨਹੀਂ ਹੈਗੀ। ਬਾਕੀ ਦੇਖੋ, ਇਹ ਗੱਲ ਤਾਂ ਜਗ ਜ਼ਾਹਰ ਹੈਗੀ ਹੈ, ਸਾਰੀ ਦੁਨੀਆ ਦੇ ਸਾਹਮਣੇ ਆਈ ਹੈ ਕਿ ਅੱਜ ਤੱਕ ਜਿਹੜੀ ਇੱਕ ਰਾਸ਼ਟਰੀ ਲੈਵਲ ਤੇ ਏਕਤਾ ਦੀ ਅਸੀਂ ਉਮੀਦ ਕਰਦੇ ਸੀ ਜਾਂ ਅਰਦਾਸਾਂ ਕਰਦੇ ਸੀਗੇ, ਇਹ ਕਿਸਾਨੀ ਅੰਦੋਲਨ ਨੇ ਸਾਰੇ ਦੇਸ਼ ਨੂੰ ਯੂਨੀਫਾਈ ਕੀਤਾ, ਸਾਰੇ ਦੇਸ਼ ਨੂੰ ਜਿਹੜਾ ਇਕੱਠਾ ਕੀਤਾ ਹੈਗਾ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ, ਜਿੱਥੇ ਇੱਕ ਤਾਨਾਸ਼ਾਹ ਨੂੰ ਕਾਰਪੋਰੇਟ ਦੇ ਅੱਗੇ ਵਿਕੇ ਹੋਏ ਤਾਨਾਸ਼ਾਹ ਨੂੰ ਅੰਦੋਲਨ ਨੇ ਚੁਕਾਇਆ ਔਰ ਬੜੇ ਹੀ ਡਿਸਿਪਲਿਨਡ ਤਰੀਕੇ ਨਾਲ, ਬੜੇ ਹੀ ਏਕੀਕ੍ਰਿਤ ਤਰੀਕੇ ਨਾਲ ਉਹਨਾਂ ਨੇ ਇਹ ਜੰਗ ਜਿਹੜੀ ਲੜੀ ਹੈ ਤੇ ਜਿੱਤੀ ਹੈਗੀ ਹੈ। ਔਰ ਦੇਸ਼ ਵਿੱਚ ਜਿਹੜਾ ਸਮਾਜਿਕ ਏਕਤਾ ਦਾ ਬੜਾ ਵੱਡਾ ਜਿਹੜਾ ਉਦਾਹਰਣ ਸਾਰੀ ਸਦੀਆਂ ਯਾਨੀ ਕਿ ਸਾਰੇ ਇਤਿਹਾਸ ਵਿੱਚ ਲਿਖਿਆ ਜਾਏਗਾ ਕਿ ਕਿਵੇਂ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਔਰ ਇਵਨ ਸਾਊਥ ਦੀਆਂ ਸਟੇਟਸ ਤੋਂ ਲੋਕ ਆ ਕੇ ਇਕੱਠੇ ਹੋਏ ਔਰ ਇੱਕ ਬੜੀ ਅਨੁਸ਼ਾਸਿਤ ਤਰੀਕੇ ਨਾਲ ਉਹਨਾਂ ਨੇ ਜਿਹੜੀ ਜੰਗ ਲੜੀ ਹੈ ਤੇ ਜਿੱਤੀ ਹੈ। ਇਹ ਇਸ ਅੰਦੋਲਨ ਦੀ ਬੜੀ ਵੱਡੀ ਪ੍ਰਾਪਤੀ ਹੈ। ਬਾਕੀ ਭਾਜਪਾ ਵਾਲੇ ਤਾਂ ਬਹੁਤ ਕੁਝ ਕਹਿੰਦੇ ਹੈ, ਲੋਕ ਠੀਕ ਹੈ ਰਮਨ ਜੀ। ਜੀਐਸ ਬਾਲੀ ਜੀ, 1 ਸਾਲ ਸੰਘਰਸ਼ ਕੀਤਾ ਕਿਸਾਨਾਂ ਨੇ ਔਰ ਹੁਣ ਜਾ ਕੇ 3 ਖੇਤੀ ਕਾਨੂੰਨ ਰੱਦ ਹੋਣ ਦਾ ਐਲਾਨ ਹੋਇਆ। ਮੈਂ ਹੁਣ ਉਸ ਪੁਆਇੰਟਸ ਵੱਲ ਆਵਾਂ ਵੀ ਜਿਹੜੇ 6 ਪੁਆਇੰਟਸ ਹੁਣ ਕਿਸਾਨ ਰੱਖ ਰਹੇ ਨੇ, ਜਿਹਦੇ 'ਚ ਕਿ MSP ਗਾਰੰਟੀ ਦੀ ਗੱਲ ਕਹਿ ਰਹੇ ਨੇ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੀ ਗੱਲ ਹੋ ਰਹੀ ਹੈ, FIR ਜੋ ਕਿਸਾਨਾਂ ਦੇ ਖਿਲਾਫ ਰਜਿਸਟਰ ਹੋਈਆਂ, ਕਮਿਸ਼ਨ ਫॉर 에ਅਰ ਕੁਆਲਿਟੀ ਜਿਹਦੇ 'ਚ ਪ੍ਰੋਵੀਜ਼ਨਾਂ ਹੋਈਆਂ ਨੇ ਉਸ ਦੀ ਗੱਲ ਹੋ ਰਹੀ ਹੈ, ਸ਼ਹੀਦ ਕਿਸਾਨਾਂ ਲਈ ਮੁਆਵਜ਼ੇ ਦੀ ਗੱਲ ਹੋ ਰਹੀ ਹੈ ਔਰ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਆ ਉਹ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਇਹ 1 ਸਾਲ ਲੰਮਾ ਸੰਘਰਸ਼ ਕਰਨ ਤੋਂ ਬਾਅਦ 3 ਖੇਤੀ ਕਾਨੂੰਨ ਰੱਦ ਹੋਏ ਨੇ, ਤਾਂ ਕਿ ਹੁਣ ਇਹ 6 ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਲਾਗੂ ਕਰਵਾਉਣ ਲਈ ਜਾਂ ਮਨਵਾਉਣ ਦੇ ਲਈ ਵੀ ਕਿ ਇੰਨਾ ਹੀ ਲੰਬਾ ਸੰਘਰਸ਼ ਕਰਨਾ ਪਏਗਾ। ਨਹੀਂ, ਮੈਨੂੰ ਇਹ ਲੱਗਦਾ ਨਹੀਂ ਹੈਗਾ। ਦੇਖੋ, ਅਸੀਂ ਇੱਕ ਗੱਲ ਕਹੀਏ ਕਿ ਪ੍ਰਧਾਨ ਮੰਤਰੀ ਜੀ ਨੇ ਇਹ ਕੰਮ ਕੀਤਾ, ਅਸੀਂ ਇਹ ਗੱਲ ਕਹਿ ਦਈਏ ਅੱਜ ਦੀ ਡੇਟ 'ਚ ਕਿ ਧੰਨਵਾਦ ਔਰ ਉਹਨਾਂ ਦੀ ਬੜੀ ਮਿਹਰਬਾਨੀ, ਉਹਦੇ 'ਚ ਥੋੜਾ ਜਿਹਾ ਸੰਕੋਚ ਆ ਜਾਂਦਾ ਸਾਨੂੰ ਥੋੜੀ ਜਿਹੀ ਉਹਦੇ ਵਿੱਚ ਇਹ ਆ ਜਾਂਦੀ ਹੈ ਕਿ ਨਹੀਂ ਅਸੀਂ ਇਹ ਕਹਿ ਨਹੀਂ ਸਕਦੇ। ਕਿਆ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ, ਅਸੀਂ ਇਹੀ ਗੱਲ ਕਹਿ ਸਕਦੇ ਕਿ ਉਹਨਾਂ ਨੇ ਕੀਤਾ ਜੋ ਕੀਤਾ, ਮਗਰ ਸੰਘਰਸ਼ ਜਿਹੜਾ ਕਿਸਾਨਾਂ ਨੇ ਕੀਤਾ ਜਿੱਤ ਉਹਨਾਂ ਦੀ ਹੋਈ ਹੈ। ਮੈਂ ਕਹਿੰਦਾ ਪ੍ਰਧਾਨ ਮੰਤਰੀ ਜੀ ਨੇ ਸਮਝਿਆ ਇਸ ਚੀਜ਼ ਨੂੰ ਕਿ ਇਹਨਾਂ ਲੋਕਾਂ ਨੇ ਬੜਾ ਸੰਘਰਸ਼ ਕੀਤਾ, ਇਹਨਾਂ ਦੀਆਂ ਬਹੁਤ ਜਾਨਾਂ ਚਲੀਆਂ ਗਈਆਂ ਨੇ, ਅੱਜ ਸਾਨੂੰ ਇਹ ਕੰਮ ਕਰਨਾ ਪਏਗਾ। ਹੈ ਤਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਨਾ, ਹੈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ, ਤੇ ਭਾਰਤ ਦੇ ਹੀ ਲੋਕ ਸੀ ਤੇ ਭਾਰਤ ਦੇ ਹੀ ਕਿਸਾਨ ਸੀ। ਤੇ ਅਸੀਂ ਇੰਨੀ ਗੱਲ ਕਹਿ ਸਕਦੇ ਹਾਂ, ਕਿਸਾਨਾਂ ਦਾ ਬਹੁਤ ਵੱਡਾ ਸੰਘਰਸ਼ ਸੀ ਇਹਦੇ ਵਿੱਚ, ਪ੍ਰਧਾਨ ਮੰਤਰੀ ਸੀ। ਅਗਰ ਪਹਿਲੇ ਇਹਨੂੰ ਸਮਝ ਲਿਆ ਜਾਂਦਾ, ਸ਼ਾਇਦ ਤੁਹਾਡੇ ਕੋਲੀਗਸ ਹਨ, ਤੁਹਾਡੇ ਜਿਹੜੇ ਲੋਕ ਨੇ, ਜਿਹੜੀਆਂ ਸਾਡੀਆਂ ਜਾਣਕਾਰੀਆਂ ਨੇ ਜਾਂ ਜਿਹੜੇ ਸਾਡੇ ਸੋਰਸ ਨੇ, ਤੁਹਾਡੇ ਗਵਰਨਰ ਸਾਹਿਬ ਨੇ, ਮਲਿਕ ਸਾਹਿਬ, ਉਹਨਾਂ ਨੇ ਵੀ ਇਹ ਗੱਲ ਕਹੀ ਕਿ मैंने प्रधानमंत्री जी को जाकर भी ये कहा था। इस करके किधरे ना किधरे आ जाके लगता है कि देरी हुई रही। तुसी वो जड़ियां 6 गल्लां दसियां हैगियां ने, बिल्कुल राइट पोजीशन ते ने किसान भरा जड़े ने, बिल्कुल सही और जेन्युइन मंगां ने। जे हुण असीं इह निकल गई MSP बई तय करनी चाहिए होना चाहिए, जे उत्थे थल्ले रोक दित्ते गए, जिन्हां दी FIR होईयां, जिन्हां दी जानां गईयां, उन्हां नूं मुआवजा देना चाहिए, उन्हां ते गवर्नमेंट नूं और प्रधानमंत्री जी नूं फर्क की पैंदा? अपने देश के लोगों नूं देने ने ना, अपने किसानों को देने ने, अपने अन्नदाता को देने ने, दिओ। ਇਹਦੇ 'ਚ ਕਿਹੜੀ ਗੱਲ ਹੈ? ਦੇਣਾ ਚਾਹੀਦਾ। ਉਹਦੇ 'ਚ ਜੇ ਮੰਗਾ ਵੀ ਨੇ ਤਾਂ ਵੀ ਦੇਣਾ ਚਾਹੀਦਾ, ਜੇ ਨਾ ਵੀ ਮੰਗਾ ਹੋਣ ਤਾਂ ਵੀ ਪ੍ਰਧਾਨ ਮੰਤਰੀ ਜੀ ਦੇਣ ਨੂੰ।
ਉਸ ਚੀਜ਼ ਨੂੰ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਬੜਾ ਸਰਵਉੱਚ ਪਦ ਹੈ ਇਸ ਹਿੰਦੁਸਤਾਨ ਦਾ, ਉਹਨਾਂ ਨੂੰ ਇਸ ਚੀਜ਼ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਕਿ ਆਪਣੀ ਜਨਤਾ ਦੇ ਨਾਲ ਇੰਨੀ ਬੇਇਨਸਾਫੀ ਹੋਈ ਹੈ, ਦੇਰ ਆਏ ਦਰੁਸਤ ਆਏ ਤੁਸੀਂ ਕੀਤਾ, ਮਗਰ ਇਹ ਵੀ ਜ਼ਰੂਰ ਕਰੋ, ਇਹ ਤੁਹਾਡੇ ਲੋਕ ਨੇ, ਤੁਹਾਡੇ ਦੇਸ਼ ਦੇ ਲੋਕ ਨੇ, ਤੁਹਾਡੇ ਹਿੰਦੁਸਤਾਨ ਦੇ ਲੋਕ ਨੇ, ਰਹਿਮ ਕਰੋ ਪ੍ਰਧਾਨ ਮੰਤਰੀ ਜੀ, ਹੁਣ ਬਹੁਤ ਹੋ ਗਿਆ। ਇਹਨਾਂ ਨੂੰ ਘਰ ਬਿਠਾ ਕੇ ਚਾਹ ਪਿਲਾਓ ਵਧੀਆ ਤਰੀਕੇ ਨਾਲ, ਇਹਨਾਂ ਨਾਲ ਫੋਟੋਆਂ ਖਿਚਾਓ ਔਰ ਇਹਨਾਂ ਦੇ ਕੰਮ ਵੀ ਕਰੋ। ਅਸੀਂ ਤਾਂ ਸਿਰਫ ਇਹੀ ਬੇਨਤੀ ਕਰ ਸਕਦੇ ਹਾਂ। ਅਮਿਤ ਜੀ, ਤੁਸੀਂ ਰਿਐਕਸ਼ਨ ਦੇਣਾ ਚਾਹੁੰਦੇ ਹੋ? ਔਰ ਇਸ ਦਾ ਜੋ ਮੈਂ ਸਵਾਲ GS ਬਾਲੀ ਜੀ ਨੂੰ ਕੀਤਾ ਸੀ ਵੀ ਹੁਣ 1 ਸਾਲ ਦੇ ਬਾਅਦ ਜਿਹੜੇ 3 ਖੇਤੀ ਕਾਨੂੰਨ ਰੱਦ ਹੋ ਰਹੇ ਨੇ, ਤਾਂ ਇਹ ਬਾਕੀ 6 ਮੰਗਾਂ ਨੂੰ ਉਹ ਸਰਕਾਰ ਕਿਵੇਂ ਦੇਖ ਰਹੀ ਹੈ ਹੁਣ? ਬਿਲਕੁਲ ਠੀਕ ਬਲਦੀਪ ਜੀ, ਤੁਹਾਡਾ ਬਹੁਤ ਵਧੀਆ ਪ੍ਰਸ਼ਨ ਹੈ। ਜਿਹੜੀ ਗੱਲ ਬਾਲੀ ਜੀ ਨੇ ਕਹੀ, ਮੈਂ ਪ੍ਰਧਾਨ ਮੰਤਰੀ ਜੀ ਦੇ ਬਾਰੇ ਔਰ ਕਿਸਾਨਾਂ ਦੀ ਜਿੱਤ ਦੇ ਬਾਰੇ ਮੈਂ ਤਾਂ ਇਹੀ ਕਹਾਂਗਾ ਕਿ ਜਿਹੜਾ ਝੁਕਤਾ ਹੈ ਉਹਦੇ ਵਿੱਚ ਜਾਨ ਹੁੰਦੀ ਹੈ, ਅਕੜਨ ਤੋਂ ਮੁਰਗੇ ਕੀ ਪਹਿਚਾਨ ਹੁੰਦੀ। ਤੇ ਗੱਲ ਜਿਹੜੀ ਬਾਲੀ ਜੀ ਤੁਸੀਂ ਕਹੀ ਨਾ ਕਿਸਾਨਾਂ ਦੀ ਜਿੱਤ, ਮੈਂ ਕਹਿੰਦਾ ਕਿਸਾਨਾਂ ਦੀ ਮੁਕੰਮਲ ਜਿੱਤ ਉਦੋਂ ਹੋਏਗੀ ਜਿੱਦਣ ਉਹਨਾਂ ਦਾ ਪੰਜਾਬ ਸਰਕਾਰ ਪੂਰਨ ਕਰਜ਼ਾ ਮਾਫੀ ਕਰੇਗੀ। ਕਿਸਾਨਾਂ ਦੀ ਜਿੱਤ, ਮੁਕੰਮਲ ਜਿੱਤ ਉਦੋਂ ਹੋਏਗੀ ਜਿੱਦਣ ਘਰ ਘਰ ਨੌਕਰੀ ਦੇ ਤਹਿਤ ਜਿਹੜੀ ਤੁਸੀਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਵਾਅਦਾ ਕੀਤਾ ਸੀ, ਇਸ ਕਿਸਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਮਿਲੇਗੀ। ਕਿਸਾਨਾਂ ਦੀ ਮੁਕੰਮਲ ਜਿੱਤ ਉਦੋਂ ਹੋਏਗੀ ਜਿਹੜੇ 1600 ਕਿਸਾਨ ਕਰਜ਼ ਦੇ ਥੱਲੇ ਦਬ ਕੇ ਆਤਮ ਹੱਤਿਆ ਕਰ ਗਏ, ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲੇਗੀ ਔਰ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ। ਉਦੋਂ ਕਿਸਾਨਾਂ ਦੀ ਮੁਕੰਮਲ ਜਿੱਤ ਹੋਏਗੀ। ਤੁਸੀਂ ਅੱਜ ਹੀ ਮੁਕੰਮਲ ਜਿੱਤ ਨਾ ਸਮਝ ਕੇ ਬਹਿ ਜਾਓ, ਇਹਨਾਂ ਕਿਸਾਨਾਂ ਨੇ ਤੁਹਾਡੇ ਬੂਹੇ ਮੂਹਰੇ ਧਰਨਾ ਲਾਉਣਾ ਪੰਜਾਬ ਦੇ ਵਿੱਚ ਆ ਕੇ, ਔਰ ਤੁਸੀਂ ਤਿਆਰ ਰਹੋ ਉਹਨਾਂ ਦੀਆਂ ਮੰਗਾਂ ਮੰਨਣ ਲਈ, ਕਿਉਂਕਿ ਤੁਸੀਂ ਹੁਣੇ ਕਿਹਾ ਵਾ ਕਿ ਅੰਨਦਾਤਾ ਆਪਣੇ ਹੀ ਲੋਕ ਨੇ ਤੇ ਪੰਜਾਬ ਸਰਕਾਰ ਨੂੰ ਵੀ ਆਪਣੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਹੁਣ ਜਿਹੜੀ ਗੱਲ ਮਲਹੋਤਰਾ ਸਾਹਿਬ ਕਹਿ ਰਹੇ ਆ ਕਿ ਲਓ ਜੀ ਆਹ ਹੋ ਗਿਆ ਉਹ ਹੋ ਗਿਆ, ਮੈਂ ਮਲਹੋਤਰਾ ਸਾਹਿਬ ਨੂੰ ਤੇ ਬਾਲੀ ਸਾਹਿਬ ਨੂੰ ਦੱਸਣਾ ਚਾਹੁੰਦਾ, ਇਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਪਾਰਟੀਆਂ ਦੇ ਨਾਮ ਦੱਸੋ। ਪੰਜਾਬ ਦੇ ਵਿੱਚ ਜੇ ਹਿੰਦੂ ਸਿੱਖਾਂ ਨੂੰ ਵੱਖਵਾਦ ਦੇ ਰੂਪ ਦੇ ਵਿੱਚ ਦੇਖਿਆ ਤੇ ਇਹਨਾਂ ਦੋਨਾਂ ਪਾਰਟੀਆਂ ਨੂੰ ਦੇਖਿਆ। ਪਹਿਲਾ ਕਾਂਗਰਸ, ਜਿਹਨੇ ਸੁਨੀਲ ਜਾਖੜ ਵਰਗੇ ਵਿਅਕਤੀ ਦਾ ਅਪਮਾਨ ਕੀਤਾ, ਹਿੰਦੂ ਕਹਿ ਕੇ ਕਿ ਵੀ ਇਹ ਹਿੰਦੂ ਆ ਇਸ ਕਰਕੇ ਇਹਨੂੰ ਪੰਜਾਬ ਦੀ ਬਾਗਡੋਰ ਨਹੀਂ ਸੌਂਪਣੀ। ਅਮਿਤ ਜੀ, ਅੱਜ ਉਹ ਵਿਸ਼ਾ ਨਹੀਂ ਹੈ, ਕਿਸਾਨੀ ਦਾ ਵਿਸ਼ਾ ਆਪਾਂ ਉਸ ਤੇ ਲਈਏ, ਉਹ ਆਪਾਂ ਡਿਬੇਟ ਤੋਂ ਨਾ ਪੜੀਏ। ਦੂਜੀ ਗੱਲ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਕਹੀ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਬਣੂਗਾ, ਕਿਉਂਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਨਾਮ ਦੀ ਕੋਈ ਗੱਲ ਨਹੀਂ ਹੈ। ਹਰ ਪਰਿਵਾਰ ਦੇ ਵਿੱਚ ਹਿੰਦੂ ਵੀ ਹੈ, ਹਰ ਪਰਿਵਾਰ ਦੇ ਵਿੱਚ ਇੱਕ ਭਰਾ ਸਿੱਖ ਹੈ ਤੇ ਇੱਕ ਭਰਾ ਹਿੰਦੂ ਹੈ। ਅਮਿਤ ਜੀ, ਮੈਂ ਠੀਕ ਹੈ, ਆਪਾਂ GS ਬਾਲੀ ਜੀ ਤੋਂ ਸਵਾਲ ਜ਼ਰੂਰ ਲਵਾਂਗੇ ਕਰਜ਼ਾ ਮਾਫੀ ਵਾਲਾ ਤੇ ਬਾਕੀ ਚੀਜ਼ਾਂ, ਉਹ ਰਿਐਕਸ਼ਨ ਵੀ ਦੇਣਗੇ, ਪਰ ਜਿਹੜਾ ਮੈਂ ਸਵਾਲ ਤੁਹਾਨੂੰ ਕੀਤਾ ਸੀ ਕਿ ਜਿਹੜੀਆਂ 6 ਮੰਗਾਂ ਨੇ ਹੁਣ ਕਿਸਾਨ ਰੱਖ ਰਹੇ, ਉਸ ਦੇ ਉੱਪਰ ਕੀ ਐਕਸ਼ਨ ਪਲਾਨ ਹੈਗਾ ਕੇਂਦਰ ਸਰਕਾਰ ਦਾ? ਮੈਂ ਤਾਂ ਕਿਹਾ ਜੀ ਇਹ ਕਿਸਾਨਾਂ ਦੀਆਂ 9 ਮੰਗਾਂ ਹੋਣੀਆਂ ਚਾਹੀਦੀਆਂ। ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਇਹ 3 ਮੰਗਾਂ ਜਿਹੜੀਆਂ ਨੇ ਇਹ ਛੱਡ ਰਹੀ ਆ ਔਰ ਸੌਫਟ ਕਾਰਨਰ ਰੱਖ ਰਹੀ ਹੈ ਪੰਜਾਬ ਦੀ ਕਾਂਗਰਸ ਸਰਕਾਰ ਦੇ ਪ੍ਰਤੀ। ਪੂਰਨ ਕਰਜ਼ਾ ਮਾਫੀ ਦੀ ਮੰਗ ਇਹ ਕਿਤੇ ਏਜੰਡੇ ਦੇ ਵਿੱਚ ਨਹੀਂ ਹੈ। ਕਿਸਾਨਾਂ ਦੇ ਬੱਚਿਆਂ ਨੂੰ ਘਰ ਘਰ ਨੌਕਰੀ ਕਿਸਾਨਾਂ ਦੇ ਕਿਸੇ ਏਜੰਡੇ ਦੇ ਵਿੱਚ ਨਹੀਂ ਹੈ। 1600 ਜਿਹੜੇ ਕਿਸਾਨ ਆਤਮ ਹੱਤਿਆ ਕਰ ਗਏ ਕਰਜ਼ ਥੱਲੇ ਦਬ ਕੇ, ਕਿਉਂਕਿ ਇਹਨਾਂ ਨੇ ਕਰਜ਼ਾ ਨਹੀਂ ਮਾਫ ਕੀਤਾ ਪੰਜਾਬ ਸਰਕਾਰ ਨੇ, ਉਹਨਾਂ ਨੂੰ ਨੌਕਰੀ ਉਹਨਾਂ ਨੂੰ ਮੁਆਵਜ਼ਾ, ਇਹ ਵੀ ਕਿਸਾਨਾਂ ਦੇ ਏਜੰਡੇ 'ਚ ਨਹੀਂ ਹੈ। ਇਹ ਕੌਣ ਧਰਨੇ ਲਾਉਣਗੇ ਕਿਸਾਨ ਜਥੇਬੰਦੀਆਂ ਜਾ ਕੇ? ਇਹ 9 ਮੰਗਾਂ ਹੋਣੀਆਂ ਚਾਹੀਦੀਆਂ ਕਿਸਾਨਾਂ ਦੀਆਂ। ਤੁਹਾਡਾ ਕਹਿਣ ਦਾ ਮਤਲਬ ਹੈ ਵੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਕਾਂਗਰਸ ਪ੍ਰਤੀ ਸੌਫਟ ਕਾਰਨਰ ਰੱਖ ਰਹੀਆਂ? ਬਿਲਕੁਲ, ਅੱਜ ਦੀ ਡੇਟ ਦੇ ਵਿੱਚ ਮੇਰਾ ਠੀਕ ਹੈ, ਆਪਾਂ GS ਬਾਲੀ ਜੀ ਤੋਂ ਇਹਦਾ ਜਵਾਬ ਲੈ ਲਈਏ। ਬਾਲੀ ਸਾਹਿਬ ਉਹ ਕਹਿ ਰਹੇ ਕਿ ਕਾਂਗਰਸ ਪ੍ਰਤੀ ਜਿਹੜੇ ਸੌਫਟ ਕਾਰਨਰ ਰੱਖ ਰਹੀ ਹੈ, ਦੂਜਾ ਕਰਜ਼ਾ ਮਾਫੀ ਦਾ ਵੀ ਉਹ ਜ਼ਿਕਰ ਕਰ ਰਹੇ ਨੇ। ਬਲਦੀਪ ਜੀ, ਕਾਂਗਰਸ ਦਾ ਵੀ ਸ਼ੋਅ ਕਰਦਾ ਨਾ ਕਿ ਪੰਜਾਬ ਦੇ ਕਿਸਾਨਾਂ ਨੂੰ ਅੰਨਦਾਤਾ ਨਹੀਂ ਸਮਝਦੀ ਔਰ ਆਪਣਾ ਨਹੀਂ ਸਮਝਦੀ, ਇਹ ਵੀ ਤਾਂ ਸ਼ੋਅ ਕਰ ਰਹੀ ਹੈ ਨਾ ਪੰਜਾਬ ਕਾਂਗਰਸ। ਬਾਲੀ ਸਾਹਿਬ ਦਿਓ ਜਵਾਬ। ਮਤਲਬ ਨਾ ਵਰਗਾ ਸਲੂਕ ਕਰ ਰਹੀ ਕਿਸਾਨਾਂ ਦੇ। ਜਵਾਬ ਲੈ ਲਈਏ ਆਪਾਂ, ਜਵਾਨ ਸਾਹਿਬ ਜਵਾਬ ਲੈ ਲਈਏ ਆਪਾਂ। ਦੇਖੋ, ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਮਾਨਯੋਗ ਬੀਜੇਪੀ ਦੇ ਪ੍ਰਵਕਤਾ ਜਿਹੜੀਆਂ ਗੱਲਾਂ ਕਰ ਰਹੇ ਨੇ ਤਾਂ ਸਿੱਧਾ ਇਲਜ਼ਾਮ ਵਾਲੀਆਂ ਗੱਲਾਂ ਕਰ ਰਹੇ ਨੇ। ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ, ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹੋ, ਤੁਸੀਂ ਜਿੱਤ ਦੀ ਗੱਲ ਕਰ ਰਹੇ ਹੋ, ਜਾਂ ਤੁਸੀਂ ਆਪਣੀਆਂ ਜਿਹੜੀਆਂ ਗੱਲਾਂ ਕਹੀਆਂ ਨੇ ਜਿਹੜੀਆਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਜੀ ਦੇ ਅੱਗੇ ਰੱਖੀਆਂ ਨੇ ਸਾਡੀਆਂ ਇਹੋ ਜਿਹੀਆਂ, ਇਹ ਪੰਜਾਬ ਵਾਲੇ ਪਾਸੇ ਆ। ਮਾਨਯੋਗ ਸਤਿਕਾਰਯੋਗ ਤੁਸੀਂ ਬੀਜੇਪੀ ਦੇ ਜਿਹੜੇ ਪ੍ਰਵਕਤਾ ਹੋ ਜਾਂ ਬੀਜੇਪੀ ਦੇ ਇੱਕ ਅੱਛੇ ਲੀਡਰ ਹੋ ਸਕਦੇ ਹੋ ਪੰਜਾਬ ਦੇ, ਅੱਜ ਤੱਕ ਕਦੀ ਪ੍ਰਧਾਨ ਮੰਤਰੀ ਜੀ ਨੂੰ ਬੀਜੇਪੀ ਦੇ ਲੋਕਾਂ ਨੇ ਇੰਨੀ ਗੱਲ ਕੀ ਹੈ ਕਿ ਪੰਜਾਬ ਨੂੰ ਦਿੱਤਾ ਕੀ ਹੈ 5 ਸਾਲ ਚ? ਕਦੀ ਅੱਜ ਤੱਕ ਕੋਸ਼ਿਸ਼ ਕੀਤੀ ਹੈ ਗੱਲ ਕਹਿਣ ਦੀ? 8,500 ਕਰੋੜ ਰੁਪਇਆ ਸਾਡਾ GST ਦਾ ਤੁਹਾਡੇ ਕੋਲ ਹੈ, ਤੁਸੀਂ ਦਿੱਤਾ ਅੱਜ ਤੱਕ ਸਾਨੂੰ?
31,000 ਕਰੋੜ ਰੁਪਇਆ ਤੁਹਾਡੀ ਸਰਕਾਰ ਬੀਜੇਪੀ ਐਂਡ ਅਕਾਲੀ ਦਲ ਦੀ ਸਰਕਾਰ ਛੱਡ ਗਈ। ਸਵਰਗੀ ਸ਼੍ਰੀ ਜੇਟਲੀ ਸਾਹਿਬ ਨੂੰ ਮਿਹਨਤਾਂ ਕਰ ਕਰਕੇ ਸਾਡਾ ਮੁੱਖ ਮੰਤਰੀ ਐਕਸ ਜਿਹੜਾ ਪਹਿਲੇ ਸੀ ਉਹ ਕਹਿ ਕੇ ਰਹਿ ਗਿਆ, ਨਹੀਂ ਉਹਨਾਂ ਨੇ ਜਿਹੜੇ ਹੋਰ ਸਾਡੇ ਪ੍ਰਧਾਨ ਸਾਹਿਬ ਸ਼੍ਰੀ ਜਾਖੜ ਸਾਹਿਬ, ਮੈਂ ਬਾਰ-ਬਾਰ ਕਹਾਂ ਮੇਰੇ ਵੱਡੇ ਵੀਰ ਮੇਰੇ ਪ੍ਰਧਾਨ ਰਹੇ ਨੇ ਪੰਜਾਬ ਦੇ, ਇਹੋ ਜਿਹੀ ਗੱਲ ਨਹੀਂ, ਅਸੀਂ ਬੜੇ ਮਾਣ ਵਾਲੇ ਨੇ। ਸਾਡੇ ਅੰਦਰ ਤੁਸੀਂ ਇਹੋ ਜਿਹੀ ਫਰੀਕਿੰਗਬਾਜ਼ੀ ਕਰ ਰਹੇ ਹੋ ਹਿੰਦੂ ਸਿੱਖ ਵਾਲੀ, ਉਹਨਾਂ ਨੂੰ ਹਿੰਦੂ ਕਰਕੇ ਤੁਹਾਨੂੰ ਮੈਂ ਦੱਸ ਦਿਆਂ ਸਰਕਾਰ ਕੌਣ ਚਲਾ ਰਿਹਾ। ਅੰਬਿਕਾ ਸੋਨੀ ਨੇ ਕਿਹਾ, ਅੰਬਿਕਾ ਸੋਨੀ ਨੇ ਕਿਹਾ, ਅੰਬਿਕਾ ਸੋਨੀ ਦਾ ਗੱਲ ਕੰਪਲੀਟ ਕਰ ਲੈਣ ਦਿਓ। ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਉਣਾ। ਮੈਂ ਮੇਰੀ ਬੇਨਤੀ ਸੁਣੋ ਨਾ ਸਰ, ਮੈਂ ਤੁਹਾਡੀ ਗੱਲ ਦੇ ਵਿੱਚ ਬੋਲਿਆ ਨਹੀਂ, ਮੈਨੂੰ ਗੱਲ ਕਰ ਲੈਂਦੇ ਹੋ, ਬਿਲਕੁਲ ਵੀ ਨਹੀਂ ਬੋਲਿਆ। ਚੰਨੀ ਸਾਹਿਬ ਦੇ ਜਿੰਨੇ ਅਫਸਰ ਨੇ ਸਾਰਿਆਂ ਦੇ ਅਗਰ ਤੁਸੀਂ ਨਾ ਜਾਣਦੇ ਹੋ, ਬੀਜੇਪੀ ਦੇ ਪ੍ਰਵਕਤਾ ਹਰ ਚੀਜ਼ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਕੌਣ ਸਰਕਾਰ ਚਲਾ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਦਾ। ਕਿੰਨੇ ਮੰਤਰੀ ਨੇ ਸਾਡੇ ਵਿੱਚ ਹਿੰਦੂ ਤੁਹਾਨੂੰ ਪਤਾ ਹੋਣਾ ਚਾਹੀਦਾ। ਸਾਡੇ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਕਿੰਨੇ ਲੋਕ ਨੇ ਹਿੰਦੂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਦੇ ਬਾਰੇ। ਸੁਨੀਲ ਜਾਖੜ ਦਾ ਅਪਮਾਨ ਕਿਉਂ ਕੀਤਾ? ਇਹਨੇ ਸੁਨੀਲ ਜਾਖੜ ਦਾ ਅਪਮਾਨ ਕਿਉਂ ਕੀਤਾ? ਮੇਰੀ ਤੁਸੀਂ ਕੋਲ ਅਪਮਾਨ ਕਿਉਂ ਕੀਤਾ ਸੁਨੀਲ ਜਾਖੜ ਦਾ? ਤੁਸੀਂ ਕੋਲ ਹਿੰਦੂ ਕਹਿ ਗਏ ਸੁਨੀਲ ਜਾਖੜ ਦਾ ਅਪਮਾਨ ਕਿਉਂ ਕੀਤਾ? ਤੁਸੀਂ ਹੈ ਕੌਣ ਇਹ ਗੱਲ ਕਹਿਣ ਵਾਲੇ? ਤੁਸੀਂ ਕੌਣ? ਬਿਲਕੁਲ ਤੁਸੀਂ ਹਿੰਦੂਇਜ਼ਮ ਦਾ ਅਪਮਾਨ ਕਿਉਂ ਕੀਤਾ? ਤੁਸੀਂ ਹਿੰਦੂਇਜ਼ਮ ਦਾ ਅਪਮਾਨ ਕੀਤਾ, ਤੁਸੀਂ ਵਿਅਕਤੀ ਦਾ ਅਪਮਾਨ ਨਹੀਂ ਕੀਤਾ। ਅਗਰ ਇਹ ਵਿੱਚ ਬੋਲਣਗੇ ਫਿਰ ਸਰ ਮੈਂ ਨਹੀਂ ਬੋਲਾਂਗਾ। ਦੀਵਾਨ ਸਾਹਿਬ ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਆਪਣੀ, ਫਿਰ ਮੈਂ ਤੁਹਾਡੇ ਕੋਲ ਆਊਂਗਾ, ਰਿਐਕਸ਼ਨ ਲੈ ਲਾਂਗਾ ਤੁਹਾਡੇ ਕੋਲੋਂ। ਮੈਂ ਬਾਲੀ ਸਾਹਿਬ ਤੁਸੀਂ ਹਿੰਦੂ ਸਿੱਖ ਅੱਜ ਤੱਕ ਹਿੰਦੁਸਤਾਨ ਦੇ ਅੰਦਰ ਤੁਹਾਡੇ ਪੰਜਾਬ ਦੇ ਅੰਦਰ ਕਿੰਨੇ ਸਿੱਖ ਨੇ? ਗਰੇਵਾਲ ਸਾਹਿਬ ਦੇ ਇਲਾਵਾ ਇੱਕ ਗਰੇਵਾਲ ਸਿਰਫ ਤੁਹਾਡੇ, ਉਹ ਵੀ ਤੁਹਾਡੇ ਸਮੇਤ। ਮੈਂ ਜੇ ਤੁਹਾਡੀ ਸਪੀਚ ਸੁਣੀ ਨਹੀਂ, ਮੈਂ ਫਿਰ ਵੀ ਕਹਿ ਸਕਦਾ ਤੁਹਾਡੇ ਸਮੇਤ। ਤੁਸੀਂ ਵਿਸ਼ੇ ਤੋਂ ਬਾਹਰ ਲੈ ਰਹੇ ਹੋ ਤੇ ਫਿਰ ਇਸ ਵਿਸ਼ੇ ਤੇ ਕੱਲ ਫਿਰ ਬੁਲਾ ਲਓ। ਤੁਹਾਡੇ ਸਾਹਮਣੇ ਫਿਰ ਵਿੱਚ ਬੋਲੀ ਜਾਂਦੇ ਆ, ਗੱਲ ਕਰ ਲੈਂਦੇ ਹੋ ਤੁਸੀਂ। ਸੰਯਮ ਰੱਖੋ, ਮੈਂ ਬੋਲ ਰਿਹਾ ਨਾ, ਸੰਯਮ ਰੱਖੋ, ਗੱਲ ਨੂੰ ਸੁਣੋ ਧਿਆਨ ਨਾਲ। ਸੀਨੀਅਰ ਹੋ ਤੁਸੀਂ, ਗੱਲ ਸਿਰਫ ਇੰਨੀ ਕੁ ਹੈ, ਹਿੰਦੂ ਸਿੱਖ ਪੈਦਾ ਕਰਨ ਵਾਲੇ ਤੁਸੀਂ ਲੋਕ, ਤੁਹਾਡੀਆਂ ਪਾਰਟੀਆਂ ਨੇ ਹਿੰਦੁਸਤਾਨ ਦੇ ਅੰਦਰ ਕੀ ਕੀਤਾ ਮਜ਼ਹਬੀਜ਼ਮ ਦਾ? ਤੁਸੀਂ ਮੈਨੂੰ ਠੀਕ ਹੈ ਬਾਲੀ ਸਾਹਿਬ, ਇਸ ਵਿਚਾਲੇ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ, ਉਹ ਤੁਹਾਨੂੰ ਸੁਣਾ ਦਿੰਦੇ ਆ। ਕਿਸਾਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਹੈਗਾ, ਉਹ ਇਸ ਵੇਲੇ ਸਾਹਮਣੇ ਆ ਰਿਹਾ, ਉਹ ਤੁਹਾਨੂੰ ਸੁਣਾ ਦਿੰਦੇ ਆ। 26 ਤਰੀਕ ਅੱਜ ਪੂਰਾ 1 ਸਾਲ ਹੋ ਗਿਆ ਕਿਸਾਨੀ ਅੰਦੋਲਨ ਨੂੰ। ਮੈਂ ਵਧਾਈ ਦੇਣਾ ਚਾਹੁੰਦਾ ਦੇਸ਼ ਦੇ ਕਿਸਾਨਾਂ ਨੂੰ। ਜਿੱਤ ਵਿਦੇਸ਼ ਦੇ ਕਿਸਾਨਾਂ ਦੀ ਹੋਈ ਹੈ। ਜਿਵੇਂ ਦੇਸ਼ ਦੇ ਕਿਸਾਨਾਂ ਨੇ ਮੀਂਹ ਦੀ ਨਾ ਪਰਵਾਹ ਕਰਦੇ ਹੋਏ, ਗਰਮੀ ਦੀ ਪਰਵਾਹ ਨਾ ਕਰਦੇ ਹੋਏ, ਮੱਛਰਾਂ ਦੀ ਬਿਮਾਰੀਆਂ ਦੀ ਨਾ ਪਰਵਾਹ ਕਰਦੇ ਹੋਏ ਸੰਘਰਸ਼ ਕੀਤਾ, ਇਹ ਜਿਹਾ ਕਿਸਾਨੀ ਸੰਘਰਸ਼ ਦਾ ਐਗਜ਼ਾਮਪਲ ਮੈਂ ਕਿਤੇ ਦੁਨੀਆ 'ਚ ਨਹੀਂ ਦੇਖਿਆ ਹੋਣਾ ਜਿਵੇਂ ਐਕਟੀ ਹੋਇਆ। ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਸੁਣ ਰਹੇ ਸੀ, ਜੋ ਕਿ ਕਿਸਾਨੀ ਸੰਘਰਸ਼ ਬਾਰੇ ਕਹਿ ਰਹੇ ਸੀ ਕਿ ਲੰਮਾ ਸੰਘਰਸ਼ ਜਿਹੜਾ ਕਿਸਾਨਾਂ ਨੇ ਲੜਿਆ ਔਰ 700 ਕਿਸਾਨ ਜਿਹੜੇ ਨੇ ਸ਼ਹੀਦ ਹੋਏ ਨੇ, ਔਰ ਉਸ ਤੋਂ ਬਾਅਦ ਜਿਹੜੇ ਨੇ ਇਹ 3 ਖੇਤੀ ਕਾਨੂੰਨ ਜਿਹੜੇ ਰੱਦ ਹੋਏ ਨੇ। ਇਸ ਦੇ ਨਾਲ ਹੀ ਮੋਹਾਲੀ ਤੋਂ ਸਾਡੇ ਪੱਤਰਕਾਰ ਜਿਹੜੇ ਨੇ ਰਿਸ਼ੀ ਰਾਹੀ ਜੀ ਜੁੜ ਗਏ ਨੇ, ਸਿੱਧਾ ਚੱਲਦੇ ਆ ਉਹਨਾਂ ਦੇ ਕੋਲ। ਸੋ ਕਿਸਾਨ ਉਹਨਾਂ ਦੇ ਨਾਲ ਮੌਜੂਦ ਨੇ, ਰਿਸ਼ੀ ਰਾਹੀ ਜੀ ਦੇ ਨਾਲ। ਰਿਸ਼ੀ, ਕਿਸ ਤਰੀਕੇ ਨਾਲ ਜੋ ਕਿਸਾਨ ਅੱਜ ਜਸ਼ਨ ਮਨਾ ਰਹੇ ਨੇ, ਜਾਂ ਕਿਸ ਤਰੀਕੇ ਦਾ ਮਾਹੌਲ ਹੈਗਾ ਮੋਹਾਲੀ ਦੇ ਵਿੱਚ? 1 ਸਾਲ ਪੂਰਾ ਹੋਇਆ, 3 ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਸਰਕਾਰ ਨੇ ਪਹਿਲਾਂ ਕਰ ਦਿੱਤਾ ਹੈ, ਤਾਂ ਹੁਣ ਮੋਹਾਲੀ ਦੇ ਵਿੱਚ ਜਿਹੜਾ ਉਹ ਕਿਸਾਨ ਕੀ ਕਰ ਰਹੇ ਨੇ? ਜੀ ਬਲਦੀਪ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੌਜਵਾਨ ਜੋ ਹੈ ਲਗਾਤਾਰ 1 ਸਾਲ ਤੋਂ ਲੱਗੇ ਹੋਏ ਨੇ ਔਰ ਲੋਕਾਂ ਨੂੰ ਕਿਸਾਨੀ ਮੋਰਚਾ 80% ਜਿੱਤ ਲਿਆ ਤੇ 700 ਕਿਸਾਨ ਸਾਡੇ ਸ਼ਹੀਦ ਵੀ ਹੋ ਚੁੱਕੇ ਨੇ। ਔਰ ਜਿਹੜੇ ਨੌਜਵਾਨ ਨੇ ਬੜੇ ਸਿੱਧਕੀ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਅਲੱਗ-ਅਲੱਗ ਬੈਨਰ ਫੜੇ ਹੋਏ ਨੇ। ਅਣਖ ਜਗਾਓ ਕਿਸਾਨੀ, ਸਾਥ ਵਧਾਓ, ਇਹ ਤਾਂ ਘਰ ਬਹਿ ਜਾਓ ਤੇ ਚੂੜੀਆਂ ਪਾਓ। ਨੋ ਫਾਰਮਰਸ ਨੋ ਫੂਡ ਗੱਲ ਜ਼ਮੀਰ ਦੀ ਹੈ, ਜ਼ਮੀਨ ਦੀ ਨਹੀਂ। ਲਗਾਤਾਰ ਇਹ ਨੌਜਵਾਨ ਜੋ ਜੁੜੇ ਹੋਏ ਨੇ, ਬੇਸ਼ੱਕ ਇਹ ਦਿਨੇ ਆਪਣਾ ਕੰਮਕਾਰ ਕਰਦੇ ਨੇ ਪਰ ਸ਼ਾਮੀ ਇੱਥੇ ਇਕੱਠੇ ਹੋਣਾ ਨਹੀਂ ਭੁੱਲਦੇ, ਕਿਉਂਕਿ ਇਹਨਾਂ ਲਈ ਕਿਸਾਨੀ ਪਹਿਲਾਂ ਕੀ, ਬਾਕੀ ਕੰਮਕਾਰ ਬਾਅਦ ਦੇ ਵਿੱਚ ਨੇ। ਔਰ ਦੇਖ ਸਕਦੇ ਆ ਕਿ ਲਗਾਤਾਰ ਨੌਜਵਾਨ ਜੁੜ ਕੇ ਇੱਥੇ ਅੱਜ ਜਿਹੜਾ ਪੂਰਾ 1 ਸਾਲ ਹੋ ਚੁੱਕਿਆ ਕਿਸਾਨੀ ਸੰਘਰਸ਼ ਨੂੰ, ਦਿੱਲੀ ਦੀਆਂ ਗੁਰੂਆਂ ਤੇ ਕਿਸਾਨ ਨੂੰ ਬੈਠੇ ਹੋਏ, ਉਸ ਨੂੰ ਅੱਜ ਵਰ੍ਹੇਗੰਢ ਨੂੰ ਮਨਾਉਣ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੋਹਾਲੀ 'ਚ ਇਕੱਠੇ ਹੋਏ ਨੇ।
ਜੀ ਰਿਸ਼ੀ, ਅਗਰ ਗੱਲਬਾਤ ਕਰਕੇ ਦੇਖੀਏ ਤਾਂ ਕੀ ਕਹਿਣਾ ਚਾਹੁੰਦੇ ਨੇ? ਇੱਕ ਪਾਸੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਵੀ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਰਵਾਨਾ ਹੋਏ ਨੇ ਔਰ ਉੱਥੇ ਵੀ ਕੈਂਡਲ ਮਾਰਚ ਜਿਹੜਾ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਕੱਢਿਆ ਗਿਆ ਔਰ ਕਿਸਾਨਾਂ ਨੇ ਜਿਹੜਾ ਸ਼ਕਤੀ ਪ੍ਰਦਰਸ਼ਨ ਆਪਾਂ ਕਹਿ ਸਕਦੇ ਹਾਂ ਕਿ ਦਿੱਲੀ ਬਾਰਡਰਾਂ ਤੇ ਕੀਤਾ। ਤਾਂ ਇੱਥੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਕੇ ਕੀ ਕਹਿਣਾ ਚਾਹੁੰਦੇ ਨੇ? ਇਹ ਕੀ ਇਹਨਾਂ ਦੇ ਮਨ ਦੇ ਵਿੱਚ ਹੈਗਾ? 3 ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਹਲੇ 6 ਮੰਗਾਂ ਨੇ ਜਿਨ੍ਹਾਂ ਦੇ ਵਿੱਚ MSP ਦੀ ਗਾਰੰਟੀ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈਗਾ, FIR ਜਿਹੜੀਆਂ ਕਿਸਾਨਾਂ ਦੇ ਖਿਲਾਫ ਰਜਿਸਟਰ ਹੋਈਆਂ ਨੇ ਇਸ ਸਮੇਂ ਦੌਰਾਨ ਜੋ ਸੰਘਰਸ਼ ਦੇ ਦੌਰਾਨ ਉਹ ਹੈਗਾ। ਇਸ ਦੇ ਨਾਲ ਹੀ ਕਮਿਸ਼ਨ ਫਾਰ 에ਅਰ ਕੁਆਲਿਟੀ ਪ੍ਰੋਵੀਜ਼ਨ ਜਿਹੜਾ ਉਹ ਪ੍ਰਦੂਸ਼ਣ ਨੂੰ ਲੈ ਕੇ ਜਿਹੜਾ ਮਸਲਾ ਛਿੜਿਆ ਹੋਇਆ ਉਹ ਹੈਗਾ। ਸ਼ਹੀਦ ਕਿਸਾਨਾਂ ਲਈ ਮੁਆਵਜ਼ੇ ਦੀ ਗੱਲ ਹੈਗੀ ਔਰ ਲਖੀਮਪੁਰ ਖੀਰੀ ਦੇ ਵਿੱਚ ਕਾਰਵਾਈ ਦੀ ਗੱਲ ਹੈਗੀ ਹੈ। 6 ਮੰਗਾਂ ਨੂੰ ਲੈ ਕੇ ਜੋ ਕੇਂਦਰ ਦੇ ਅੱਗੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਰੱਖੀਆਂ ਨੇ ਔਰ ਇੱਕ ਪਾਸੇ 3 ਖੇਤੀ ਕਾਨੂੰਨ ਜਿਹੜੇ ਨੇ ਉਹ ਸੰਸਦ ਦੇ ਵਿੱਚ ਰੱਦ ਹੋਣ ਜਾ ਰਹੇ ਨੇ ਜੋ 29 ਨਵੰਬਰ ਨੂੰ ਜਿਹੜਾ ਸਦਰ ਉੱਤੇ ਇਜਲਾਸ ਸ਼ੁਰੂ ਹੋਣ ਜਾ ਰਿਹਾ। ਸੋ ਮੋਹਾਲੀ ਦੇ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਨੇ ਇਹਨਾਂ ਦਾ ਇਹ ਸਾਰੇ ਮਸਲਿਆਂ ਦੇ ਉੱਪਰ ਕੀ ਕਹਿਣਾ? ਜੀ ਬਲਦੀਪ, ਅਸੀਂ ਜਿਹੜੇ ਨੌਜਵਾਨ ਕਿਸਾਨ ਆਗੂ ਇੱਥੇ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੇਸ਼ੱਕ ਜੀ ਬਲਦੀਪ, ਅਸੀਂ ਜਿਹੜੇ ਨੌਜਵਾਨ ਕਿਸਾਨ ਆਗੂ ਇੱਥੇ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੇਸ਼ੱਕ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਇਹ ਬਿੱਲਾਂ ਨੂੰ ਰੱਦ ਕਰਤਾ ਗਿਆ ਤੇ 29 ਨਵੰਬਰ ਨੂੰ ਜੋ ਹੈਗਾ ਸੈਸ਼ਨ ਦੇ ਵਿੱਚ ਵੀ ਇਹਨਾਂ ਨੂੰ ਰੱਦ ਕਰਤਾ ਜਾਵੇਗਾ ਤੇ ਬਾਕੀ ਜਿਹੜੇ 6 ਮੰਗਾਂ ਹਜੇ ਵੀ ਕਿਸਾਨ ਆਗੂਆਂ ਵੱਲੋਂ ਰੱਖੀਆਂ ਗਈਆਂ ਨੇ ਉਸ ਤੋਂ ਬਾਅਦ ਜਿਹੜਾ ਕਿਸਾਨੀ ਸੰਘਰਸ਼ ਲਗਾਤਾਰ ਕਹਿ ਰਹੇ ਨੇ ਕਿ ਖਤਮ ਹੋਗਾ। ਅਸੀਂ ਕਿਸਾਨ ਨੌਜਵਾਨ ਸਾਡੇ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਵੇਂ ਦੇਖਦੇ ਹੋ? ਬੇਸ਼ੱਕ ਨਰਿੰਦਰ ਮੋਦੀ ਨੇ ਇੱਕ ਐਲਾਨ ਕਰ ਦਿੱਤਾ ਹੈ ਕਿ ਕਿਸਾਨੀ ਸੰਘਰਸ਼ ਖਤਮ ਕਰ ਦਿਓ, ਅਸੀਂ ਬਿੱਲ ਵਾਪਸ ਲੈਣੇ ਆ, ਪਰ ਹਜੇ ਵੀ MSP ਨੂੰ ਲੈ ਕੇ ਜਾਂ ਬਿਜਲੀ ਬਿੱਲ ਸਮਝੌਤੇ ਨੂੰ ਲੈ ਕੇ ਬਹੁਤ ਸਾਰੀਆਂ ਮੰਗਾਂ ਨੇ। ਕਿਵੇਂ ਦੇਖਦੇ ਹੋ? ਬਈ ਦੇਖੋ, ਜਦੋਂ ਪਹਿਲੇ ਦਿਨ ਗਏ ਸੀ ਤਾਂ MSP ਡਿਮਾਂਡ ਨਾਲ ਲੈ ਕੇ ਗਈ ਸੀ। 3 ਕਾਨੂੰਨਾਂ ਤੋਂ ਇਲਾਵਾ MSP ਦੀ ਡਿਮਾਂਡ ਨਾਲ ਲੈ ਕੇ ਗਈ ਸੀ ਤਾਂ ਇਹ ਤਾਂ ਮੁੱਦਾ ਹੈ ਹੀ ਨਹੀਂ ਵੀ MSP ਨੂੰ ਉੱਥੋਂ ਮੁੜਾਂਗੇ ਤੇ 3 ਕਾਨੂੰਨ ਰੱਦ ਹੋ ਗਏ। ਦੇਖੋ ਉਹਨਾਂ ਨੂੰ ਰੱਦ ਕਰਨੇ ਪੈਣੇ ਸੀ। ਇਹ ਤਾਂ ਧੌਣ 'ਚ ਕਿੱਲਾ ਜਿਹੜਾ ਉਹਦੇ ਗੱਡਿਆ ਹੋਇਆ ਸੀ ਤਾਂ ਧੌਣ ਤੇ ਗੋਡਾ ਰੱਖ ਕੇ ਵਾਪਸ ਕਰਾਏ ਨੇ। ਇਹ ਕੋਈ ਉਹਨੇ ਆਸਾਨ ਨਹੀਂ ਕੀਤਾ ਕਿਸਾਨਾਂ ਦੇ ਉੱਤੇ। ਐਵੇਂ ਹੀ ਸੇਮ ਤਰੀਕੇ ਨਾਲ ਦੇਖੋ MSP ਵੀ ਹੋਊਗੀ ਤੇ 29 ਤਰੀਕ ਦਾ ਜਿਵੇਂ ਹੈਗਾ ਕਾਰਜਗੁਜ਼ਾਰੀ ਵੀ ਜਿਹੜੀ ਉਹਨਾਂ ਦੀ ਹੋਊਗੀ ਆਪਣੀ ਸੰਸਦ ਦੀ ਜਾਂ ਸੈਸ਼ਨ ਦੀ ਜਿਹੜੀ ਹੋਊਗੀ ਉਹਦੇ ਵਿੱਚ ਜਿਹੜੇ ਰੱਦ ਕੀਤੇ ਜਾਣਗੇ ਤੇ ਰਾਸ਼ਟਰਪਤੀ ਦੇ ਸਾਈਨ ਹੋ ਗਏ ਉਸ ਤੋਂ ਬਾਅਦ ਕਾਨੂੰਨਨ ਤੌਰ ਤੇ ਰੱਦ ਮੰਨੇ ਜਾਣਗੇ ਤੇ ਉਦੋਂ ਹੀ ਸਾਡੇ ਕਿਸਾਨ ਮੰਨਣਗੇ ਵੀ ਰੱਦ ਹੋ ਗਏ। ਕਿਉਂਕਿ ਤੁਸੀਂ ਦਿੱਲੀ ਦੀਆਂ ਵੀ ਇੰਟਰਵਿਊ ਦੇਖੀਆਂ ਹੋਣੀਆਂ, ਅਸੀਂ ਵੀ ਇੱਥੇ 1 ਸਾਲ ਤੋਂ ਨੌਜਵਾਨ ਖੜਦੇ ਹਾਂ ਤਾਂ ਹੁਣ ਦੇਖੋ ਪ੍ਰਧਾਨ ਮੰਤਰੀ ਤੋਂ ਵਿਸ਼ਵਾਸ ਉੱਠ ਚੁੱਕਿਆ, ਆਪਣੇ ਲੋਕਾਂ ਦਾ ਪ੍ਰਧਾਨ ਮੰਤਰੀ ਤੋਂ ਵਿਸ਼ਵਾਸ ਉੱਠ ਚੁੱਕਿਆ ਤਾਂ ਕਿਤੇ ਨਾ ਕਿਤੇ ਹੁਣ ਜਦੋਂ ਕਾਨੂੰਨਨ ਤੌਰ ਤੇ ਇਹ ਰੱਦ ਹੋਣਗੇ ਉਦੋਂ ਹੀ ਅਸੀਂ ਉਹਨੂੰ ਰੱਦ ਹੋਇਆ ਮੰਨਾਂਗੇ। ਜੀ ਬਲਦੀਪ, ਤੁਸੀਂ ਦੇਖਿਆ ਕਿ ਜੋ ਨੌਜਵਾਨ ਨੇ ਬੇਸ਼ੱਕ 1 ਸਾਲ ਤੋਂ ਇੱਥੇ ਬੈਠੇ ਨੇ ਔਰ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਟਾਈਮ ਸੈਸ਼ਨ ਦੇ ਵਿੱਚ ਕਾਨੂੰਨੀ ਤੌਰ ਤੇ ਇਹ ਰੱਦ ਨਹੀਂ ਹੋ ਜਾਂਦੇ ਔਰ ਜਿੰਨਾ ਟਾਈਮ ਰਾਸ਼ਟਰਪਤੀ ਇਸ ਤੇ ਮੋਹਰ ਨਹੀਂ ਲਾ ਜਾਂਦੇ ਉਹਨਾਂ ਟਾਈਮ ਇਸੇ ਇਹਨਾਂ ਨੂੰ ਰੱਦ ਨਹੀਂ ਮੰਨਾਂਗੇ। ਰਿਸ਼ੀ, ਅਗਰ ਜੇਕਰ ਜਿਹੜੀਆਂ 6 ਮੰਗਾਂ ਨੇ ਜਿਵੇਂ ਹੁਣ ਮੈਂ ਡਿਬੇਟ ਦੇ ਵਿੱਚ ਵੀ ਇਹ ਗੱਲ ਕਰ ਰਿਹਾ ਸੀ ਕਿ ਪੂਰਾ 1 ਸਾਲ ਦਾ ਸਮਾਂ ਲੱਗ ਗਿਆ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਤਾਂ ਹੁਣ ਜਿਹੜੀਆਂ 6 ਮੰਗਾਂ ਜੋ ਹੈਗੀਆਂ ਨੇ ਕਿ ਅਗਰ ਸਰਕਾਰ ਉਸ ਦੇ ਉੱਪਰ ਹਾਲੇ ਕੋਈ ਸਹਿਮਤੀ ਪ੍ਰਗਟ ਨਹੀਂ ਕਰਦੀ, ਹਾਲਾਂਕਿ ਮੋਦੀ ਸਰਕਾਰ ਨੇ ਕਹਿ ਦਿੱਤਾ, ਪ੍ਰਧਾਨ ਮੰਤਰੀ ਮੋਦੀ ਨੇ ਕਹਿ ਦਿੱਤਾ ਕਿ MSP ਦੇ ਉੱਪਰ ਹੈ ਜਿਹੜੀ ਉਹ ਕਮੇਟੀ ਦਾ ਗਠਨ ਕਰ ਦਿੱਤਾ ਜਾਏਗਾ ਜਿਹਦੇ 'ਚ ਕਿ ਕਿਸਾਨਾਂ ਦੇ ਨੁਮਾਇੰਦੇ ਵੀ ਹੋਣਗੇ ਔਰ ਦੂਜੇ ਪਾਸੇ ਜਿਹੜੇ ਖੇਤੀ ਮਾਹਰ ਹੋਣਗੇ ਤੇ ਇੱਕ ਪਾਸੇ ਸਰਕਾਰ ਦੇ ਨੁਮਾਇੰਦੇ ਹੋਣਗੇ। ਸੋ 3 ਧਿਰਾਂ ਨੂੰ ਇਕੱਠੇ ਕਰਕੇ ਜਿਹੜੀ ਕਮੇਟੀ ਦਾ ਗਠਨ ਕੀਤਾ ਜਾਏਗਾ। ਉਸ ਬਾਰੇ ਇਹਨਾਂ ਕਿਸਾਨਾਂ ਦਾ ਕੀ ਕਹਿਣਾ ਹੈ? ਕੀ ਉਸ ਦੇ ਨਾਲ ਇਹ ਸੰਤੁਸ਼ਟ ਹੈਗੇ ਨੇ ਜੋ ਕਮੇਟੀ ਕਾਇਮ ਕੀਤੀ ਜਾਏਗੀ MSP ਦੇ? ਜੀ ਜੀ ਬਲਦੀਪ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸਾਨਾਂ ਦੇ ਨਾਲ। ਜਿਸ ਤਰ੍ਹਾਂ ਮੋਦੀ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ MSP ਦੇ ਉੱਪਰ ਇੱਕ ਕਮੇਟੀ ਜਿਹੜੀ ਹੈਗੀ ਹੈ ਜਾਂ ਉਹ ਮੰਗਾਂ ਉੱਪਰ ਕਮੇਟੀ ਬਣਾਤੀ ਜਾਵੇਗੀ, ਉਹਦੇ ਨਾਲ ਸਹਿਮਤ ਹੋ ਤੁਸੀਂ? ਸਹਿਮਤੀ ਪ੍ਰਗਟਾਉਂਦੇ ਹੋ? ਬਈ ਕਮੇਟੀ ਬਣਾ ਕੇ ਡਿਸੀਜਨ ਨੂੰ ਕਿੰਨਾ ਟਾਈਮ ਲੱਗਦਾ? ਦੇਖੋ, ਨਾ ਤਾਂ ਮੋਦੀ ਨੇ ਜਦੋਂ ਰੂਲ ਬਣਾਇਆ ਉਦੋਂ ਆਪਦੀ ਕੈਬਨਿਟ ਨਾਲ ਕੋਈ ਸਲਾਹ ਕਰਕੇ ਬਣਾਇਆ, ਨਾ ਹੁਣ ਜਦੋਂ ਰੂਲ ਰੱਦ ਕੀਤੇ ਆ ਉਦੋਂ ਆਪਦੀ ਕੈਬਨਿਟ ਨਾਲ ਉਹਨੇ ਸਲਾਹ ਕਰਕੇ ਰੱਦ ਕੀਤੇ ਆ। ਉਹ ਇੱਕ ਇਗੋਇਸਟਿਕ ਬੰਦਾ, ਉਹਨੇ ਆਪਦੀ ਮਰਜ਼ੀ ਨਾਲ ਆ ਕੇ ਕਹਤਾ ਕਾਨੂੰਨ ਬਣ ਗਏ, ਉਹਨੇ ਆਪਦੀ ਮਰਜ਼ੀ ਨਾਲ ਆ ਕੇ ਹੁਣ ਕਹਤਾ ਕਾਨੂੰਨ ਰੱਦ ਹੋ ਗਏ। ਤਾਂ ਇਹ ਜਿਹੜੀ ਕਮੇਟੀ ਬਣਦੀ ਹੈ, ਇਹ ਕਮੇਟੀ ਇਹ ਜਸਟ ਇੱਕ ਬਰਗਲਾਉਣ ਦਾ ਤਰੀਕਾ। ਇਹ ਕਿਸਾਨ ਹੁਣ ਨਹੀਂ ਬਰਗਲ ਸਕਦੇ ਜਿਹੜੇ 1 ਸਾਲ ਤੋਂ ਉੱਤੇ ਬੈਠੇ ਨੇ। ਹੁਣ ਕਿਸਾਨਾਂ ਨੂੰ ਨੌਲੇਜ ਬਹੁਤ ਜ਼ਿਆਦਾ ਹੋ ਗਈ ਹੈ। ਦੇਖੋ, ਇੱਕ ਟਾਈਮ ਹੁੰਦਾ ਸੀ ਜਦੋਂ ਆਪਣੇ ਕਿਸਾਨ ਇਕੱਲਾ ਕਹੀ ਚੱਕ ਕੇ ਖੇਤ 'ਚ ਜਾਂਦਾ ਹੁੰਦਾ ਸੀ। ਅੱਜ ਕਿਸਾਨ ਪੜ੍ਹਦਾ ਵੀ ਹੈ, ਅੱਜ ਕਿਸਾਨ ਕੋਲ ਨੌਲੇਜ ਹੈ ਸਾਰੀ, ਅੱਜ ਕਿਸਾਨ ਕੋਲ ਹਰੇਕ ਚੀਜ਼ ਡੇਟਾ ਪਿਆ। ਤਾਂ ਇਸ ਕਰਕੇ ਦੇਖੋ ਹੁਣ ਵੀ ਇਹ ਗੱਲ ਤਾਂ ਨਹੀਂ ਰਹੀ ਵੀ ਕਮੇਟੀ ਬਣਾ ਕੇ ਵਰਗਲਾ ਲੈਣਗੇ। ਇਹ ਤਾਂ ਹੁਣ ਉਹਨਾਂ ਨੂੰ ਕਰਨਾ ਪੈਣਾ, ਤਾਂ ਹੀ ਉੱਥੋਂ ਵਾਪਸ ਆਉਣਗੇ। ਜੀ
ਸੋ ਬਲਦੀਪ, ਕਿਸਾਨ ਆਗੂ ਲਗਾਤਾਰ ਜੋ ਹੈ ਕਮੇਟੀ ਦੇ ਉੱਪਰ ਇਹਨਾਂ ਨੂੰ ਵਿਸ਼ਵਾਸ ਨਹੀਂ ਬਣ ਰਿਹਾ, ਕਿਉਂਕਿ ਕਿਸਾਨ ਕਹਿੰਦੇ ਕਿ ਜਦੋਂ ਕਾਨੂੰਨ ਬਣਾਏ ਗਏ ਸੀ ਉਦੋਂ ਕਿਸੇ ਰਾਏ ਨਹੀਂ ਲਈ ਗਈ ਸੀ, ਔਰ ਕਮੇਟੀ ਦੇ ਉੱਪਰ ਵੀ ਇਹਨਾਂ ਕਿਸਾਨ ਆਗੂਆਂ ਨੂੰ ਕੋਈ ਵਿਸ਼ਵਾਸ ਨਹੀਂ ਬਣਦਾ ਦਿਖਾਈ ਦੇ ਰਿਹਾ। ਰਿਸ਼ੀ, ਜੇਕਰ ਗੱਲ ਕਰੀਏ, ਅਗਰ ਵਿਸ਼ਵਾਸ ਨਹੀਂ ਬਣਦਾ ਹੋਇਆ ਦਿਖਾਈ ਦੇ ਰਿਹਾ, ਕਿਸਾਨ ਵੀ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਤਾਂ ਕਿ ਅਗਰ ਇਹ 6 ਮੰਗਾਂ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ ਤਾਂ ਕਿ ਮੋਰਚੇ ਦੇ ਉੱਪਰ ਜਿਹੜਾ ਲਗਾਤਾਰ ਜਾਣਾ ਕਿਸਾਨਾਂ ਦਾ ਪੰਜਾਬ ਤੋਂ ਹਰਿਆਣਾ ਤੋਂ ਜਾਰੀ ਰਹੇਗਾ? ਜੀ ਬਲਦੀਪ, ਅਤੇ ਸਾਡੇ ਨਾਲ ਹੋਰ ਵੀ ਨੌਜਵਾਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਸਤਵੀਰ, ਗੱਲ ਕਰੀਏ ਅਸੀਂ, ਜੇਕਰ ਜਿਹੜੀਆਂ ਆਪਣੀਆਂ 6 ਮੰਗਾਂ ਨੇ ਉਹਨਾਂ ਦੇ ਉੱਪਰ ਕੋਈ ਸਹਿਮਤੀ ਨਹੀਂ ਬਣਦੀ ਤਾਂ ਕੀ ਜਿਹੜਾ ਹੈਗਾ ਹਰਿਆਣਾ ਤੇ ਪੰਜਾਬ ਦੇ ਕਿਸਾਨ ਲਗਾਤਾਰ ਜਾਂਦੇ ਰਹਿਣਗੇ ਮੋਰਚੇ ਤੇ? ਜੀ ਫਿਰ ਤਾਂ ਜੋ ਚੱਲ ਰਿਹਾ ਹੈ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਜੀ। ਇਹ ਤਾਂ ਕੋਈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਅਸੀਂ ਉੱਠ ਕੇ ਆਉਣ ਦੇ ਮੂਡ ਦੇ ਵਿੱਚ ਹੈ, ਕਿਉਂਕਿ ਜਿਹੜੀ ਇੱਕ ਗੱਲ ਤੇ ਉਹਨੂੰ ਤੁਹਾਡੇ ਮੀਡੀਆ ਦੇ ਥਰੂ ਕਲੀਅਰ ਕਰ ਦਿੰਦੇ ਆ, ਜਿਹੜੇ ਲੋਕਾਂ ਦੇ ਮਨਾਂ 'ਚ ਵੀ ਗੱਲ ਚੱਲੀ ਤੁਰੀ ਫਿਰਦੀ ਆ, ਉਹ ਕਹਿੰਦੇ ਵੀ ਮੋਦੀ ਨਹੀਂ ਮੰਨਦਾ, ਵੀ ਮੋਦੀ ਚਲ ਹੁਣ ਮੰਨ ਗਿਆ ਆ। ਪਰ ਆਪਾਂ ਇਹ ਗੱਲ ਕਰਦੇ ਆ ਵੀ ਧਰਨਾ ਅਸੀਂ ਦਿੱਤਾ ਆ, ਅਸੀਂ ਉਹਦੀਆਂ ਦਿੱਲੀ ਦੀ ਬਰੂਹਾਂ 'ਚ ਬੈਠੇ ਆ, ਤੇ ਅਸੀਂ ਜਦੋਂ ਮੰਨਾਂਗੇ ਅਸੀਂ ਉਦੋਂ ਹੀ ਉੱਠ ਕੇ ਆਵਾਂਗੇ। ਅਸੀਂ ਜਦੋਂ ਮੰਨਾਂਗੇ ਅਸੀਂ ਉਦੋਂ ਉੱਠਾਂਗੇ, ਮੋਦੀ ਮੰਨੇ ਨਾ ਮੰਨੇ ਉਹ ਅਸੀਂ ਮਨਾ ਲਿਆ, ਵੈਸੇ ਤਾਂ ਸੁੱਟ ਲਿਆ ਆਪਾਂ ਥੱਲੇ, ਪਰ ਗੱਲ ਇਹ ਹੈ ਵੀ ਹੁਣ ਸਾਡੇ ਮੰਨਣ ਦੀ ਗੱਲ ਹੈ, ਜਦੋਂ ਅਸੀਂ ਮੰਨਾਂਗੇ ਉਦੋਂ ਆਵਾਂਗੇ। ਗੱਲ ਕਰੀਏ ਸਾਫ਼ ਤੌਰ ਤੇ, ਤੁਸੀਂ ਕਹਿੰਦੇ ਜਿੰਨਾ ਟਾਈਮ ਤੁਹਾਡੀ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਟਾਈਮ ਦਿੱਲੀ ਦੇ ਬਰੂਹਾਂ ਤੇ ਹੀ ਬੈਠੇ ਰਹਿਣਗੇ ਕਿਸਾਨ। ਬਿਲਕੁਲ ਬਿਲਕੁਲ ਜੀ, ਇਹ ਜਿਹੜੀ ਗੱਲ ਹੈ ਨਾ ਵੀ ਦਿੱਲੀ ਦੀ ਬਰੂਹਾਂ ਦੇ ਬੈਠਣ ਵਾਲੀ ਗੱਲ ਹੈ, ਇਹ ਸੰਘਰਸ਼ ਹੈ ਅੱਜ ਤਾਂ ਇੱਕ ਪੜਾਅ ਦੇ ਵਿੱਚ ਆਇਆ ਹੋਇਆ, ਕਿਉਂਕਿ ਜਦੋਂ ਵੀ ਕੋਈ ਚੀਜ਼ ਨਵੀਂ ਹੁੰਦੀ ਆ ਪੜਾਅ ਚੇਂਜ ਹੋ ਜਾਂਦਾ ਹੈ। ਹੁਣ ਆਪਾਂ ਮੰਨ ਕੇ ਚੱਲਦੇ ਹਾਂ ਕਿ ਅੱਜ 1 ਸਾਲ ਹੋ ਗਿਆ ਆ, ਅੱਜ ਇੱਕ ਪੂਰਾ ਪੜਾਅ ਖਤਮ ਹੋ ਗਿਆ, ਆਪਾਂ ਕਹਿ ਦਿੰਦੇ ਅੱਜ ਨਵਾਂ ਪੜਾਅ ਸ਼ੁਰੂ ਹੋਇਆ ਹੈ। ਚਲੋ ਸਰਕਾਰ ਮੰਨ ਗਈ, ਸਰਕਾਰ ਨੇ ਹਲੇ ਵਰਬਲੀ ਕਹਿਤਾ ਕਿ ਅਸੀਂ ਕਰਾਂਗੇ, ਮੰਗਾਂਗੇ, ਮੰਨਾਂਗੇ ਤੁਹਾਡੀਆਂ, ਹੈ ਨਾ। ਪਰ ਜੇ ਪੜਾਅ ਦੇ ਵੀ ਸਾਨੂੰ ਕਿਸੇ ਪੱਖ ਤੋਂ ਦਿਖਦਾ ਕਿ ਸਰਕਾਰ ਆਪਣੇ ਬਚਨਾਂ ਤੋਂ, ਆਪਣੀ ਗੱਲ ਤੋਂ ਪਿੱਛੇ ਹਟਦੀ ਹੈ, ਤੇ ਪ੍ਰੋਟੈਸਟ ਸੇਮ ਐਜ਼ ਇਟ ਇਜ਼ ਹੀ ਚੱਲ ਰਿਹਾ। ਹੋ ਸਕਦਾ ਅਸੀਂ ਤਿੱਖਾ ਕਰੀਏ ਤੇ ਦੂਜੇ ਪੜਾਅ ਦੇ ਵਿੱਚ ਅਸੀਂ ਹੋਰ ਬਦਲਾਅ ਲਈਏ, ਆਪਣੀਆਂ ਵੀ ਜਿਹੜੀਆਂ ਤਰੀਕੇ ਨੇ ਲੜਨ ਦੇ, ਸਾਡੇ ਜੋ ਪ੍ਰੋਟੈਸਟ ਕਰਨ ਦੇ ਨੇ, ਉਹਨਾਂ ਦੀ ਨਵੀਆਂ ਚੀਜ਼ਾਂ ਅਸੀਂ ਇੰਪਲੀਮੈਂਟ ਕਰਾਂਗੇ ਜਿਸ ਨਾਲ ਸਰਕਾਰ ਨੂੰ ਸੁਣਾਇਆ ਜਾ ਸਕੇ। ਜੀ ਹਾਂਜੀ। ਸੋ ਬਲਦੀਪ, ਤੁਸੀਂ ਸੁਣਿਆ ਕਿ ਲਗਾਤਾਰ ਇਹਨਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਸਾਨ ਸਰਕਾਰ ਦੀ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੇ, ਸੰਤੁਸ਼ਟ ਨਹੀਂ ਹੁੰਦੇ, ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਹੈ। ਰਿਸ਼ੀ, ਜਿਸ ਤਰੀਕੇ ਨਾਲ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 3 ਜਿਹੜੇ ਐਲਾਨ ਕੀਤੇ, ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ, ਉਸ ਤੋਂ ਬਾਅਦ ਕਈ ਰਿਐਕਸ਼ਨ ਆਏ, ਵੱਖ-ਵੱਖ ਤਰੀਕੇ ਦੇ ਰਿਐਕਸ਼ਨ ਆਏ, ਕਈਆਂ ਨੇ ਸਵਾਗਤ ਕੀਤਾ ਉਸ ਚੀਜ਼ ਦਾ, ਪ੍ਰਧਾਨ ਮੰਤਰੀ ਦੇ ਫੈਸਲੇ ਦਾ। ਤੁਹਾਨੂੰ ਲੱਗਦਾ ਹੈ ਕਿ ਕਿਸਾਨ ਇਸ ਗੱਲ ਨਾਲ ਸਹਿਮਤ ਨੇ ਕਿ ਪੀਐਮ ਮੋਦੀ ਦਾ ਉਸਦੇ ਸਵਾਗਤ ਕਰਨਾ, ਕਿਉਂਕਿ ਕਿਸਾਨ ਲਗਾਤਾਰ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਤਾਂ ਸੰਘਰਸ਼ ਕਰਨ ਤੋਂ ਬਾਅਦ ਖੇਤੀ ਕਾਨੂੰਨ ਰੱਦ ਕਰਾਏ ਨੇ? ਜੀ ਬਲਦੀਪ, ਲਗਾਤਾਰ ਜਿੰਨੀ ਕੁ ਹੁਣ ਤੱਕ ਮੇਰੀ ਕਿਸਾਨ ਆਗੂਆਂ ਨਾਲ ਜਾਂ ਆਮ ਕਿਸਾਨਾਂ ਦੇ ਨਾਲ ਗੱਲ ਹੋਈ ਆ, ਤਾਂ ਉਹਨਾਂ ਦਾ ਕਹਿਣਾ ਕਿ ਮੋਦੀ ਨੇ ਸਾਡੇ ਤੇ ਕੋਈ ਰੱਦ ਕਰਕੇ ਅਹਿਸਾਨ ਨਹੀਂ ਕੀਤਾ। ਅਸੀਂ 700 ਕਿਸਾਨ ਸ਼ਹੀਦ ਕਰਵਾਇਆ ਉੱਥੇ, ਅਸੀਂ ਅਰਬਾਂ ਰੁਪਈਆ ਹੁਣ ਤੱਕ ਖਰਚ ਕਰ ਚੁੱਕੇ ਹਾਂ। ਠੰਡ ਗਰਮੀ ਅਸੀਂ ਆਪਣੇ ਪਿੰਡਾਂ ਦੇ ਉੱਪਰ ਸਹਾਰੀ ਹੈ। ਔਰ ਦੂਜੀ ਗੱਲ ਹੈ ਕਿ ਜੋ ਬਿੱਲ ਸੀ ਇਹ ਕਿਸਾਨ ਦੀ ਮਰਜ਼ੀ ਨਾਲ ਨਹੀਂ ਆਏ ਸੀ, ਸਗੋਂ ਥੋਪੇ ਗਏ ਸੀ ਮੋਦੀ ਦੇ ਵੱਲੋਂ, ਔਰ ਮੋਦੀ ਨੇ ਇਹ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਦੇ ਉੱਪਰ ਅਹਿਸਾਨ ਨਹੀਂ ਕੀਤਾ। ਠੀਕ ਹੈ, ਤੇ ਰਾਹੀ ਹੋਰ ਨੌਜਵਾਨਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਕਿਸ ਤਰੀਕੇ ਨਾਲ ਉਹ ਉਹਨਾਂ ਦੇ ਵਿੱਚ ਜੋਸ਼ ਹੈਗਾ, ਜਾਂ 1 ਸਾਲ ਜਿਹੜਾ ਪੂਰਾ ਹੋਇਆ ਕਿੰਨੀ ਕੁ ਵਾਰ ਉਹ ਮੋਰਚੇ ਦੇ ਉੱਪਰ ਗਏ ਨੇ ਔਰ ਮੋਰਚੇ 'ਚ ਸ਼ਮੂਲੀਅਤ ਕੀਤੀ ਹੈ ਉਹਨਾਂ ਨੇ ਕਿਸਾਨ ਮੋਰਚੇ ਦੇ ਵਿੱਚ, ਕਿਉਂਕਿ ਲੰਬਾ ਸਮਾਂ ਪ੍ਰੋਟੈਸਟ ਚੱਲਿਆ ਹੈਗਾ, ਤੇ ਕਿਵੇਂ ਦਾ ਉਹਨਾਂ ਨੂੰ ਇਹ ਦੇਖਣ ਨੂੰ ਮਿਲਿਆ? ਕਿਉਂਕਿ ਆਪਾਂ ਦੇਖਦੇ ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਹੁੰਦੀਆਂ ਸੀ, ਚਾਹੇ ਪਗੜੀ ਸੰਭਾਲ ਜੱਟਾ ਲਹਿਰ ਹੋਵੇ ਜਾਂ ਹੋਰ ਹੋਵੇ, ਪਰ ਅੱਜ ਦੇ ਨੌਜਵਾਨ ਦੇ ਲਈ ਇਹ ਪਹਿਲਾ ਕਿਤੇ ਨਾ ਕਿਤੇ ਤਜਰਬਾ ਸੀ, ਜਾਂ ਉਹਨਾਂ ਨੇ ਦੇਖਿਆ ਕਿ ਆਪਣੀਆਂ ਜੋ ਹੱਕਾਂ ਦੇ ਲਈ ਜਾਂ ਸੰਘਰਸ਼ ਕਿਵੇਂ ਲੜਿਆ ਜਾਂਦਾ। ਸੋ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਇਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਕੀ ਕੁਝ ਸਿੱਖਣ ਨੂੰ ਮਿਲਿਆ, ਕੀ ਕੁਝ ਸਿੱਖਿਆ ਉਹਨਾਂ ਨੇ। ਜੀ ਬਲਦੀਪ, ਸਾਡੇ ਨਾਲ ਇੱਥੇ ਕਾਫੀ ਨੌਜਵਾਨ ਜੁੜੇ ਹੋਏ ਨੇ। ਹੁਣ 1 ਸਾਲ ਦੇ ਉਹਨਾਂ ਦੇ ਤਜਰਬੇ ਕਿਵੇਂ ਰਹੇ ਨੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕਿਵੇਂ ਦੇਖਦੇ ਹੋ, 1 ਸਾਲ ਤੋਂ ਲਗਾਤਾਰ ਕਿਸਾਨ ਸੰਘਰਸ਼ ਨਾਲ ਜੁੜੇ ਹੋਏ ਹੋ, ਕਿੰਨੇ ਵਾਰ ਉੱਥੇ ਗਏ ਹੋ, ਤੇ ਕਈ ਵਾਰ ਵਿੱਚ ਕਿਤੇ ਲੱਗਿਆ ਨਹੀਂ ਕਿ ਦਿਲ ਟੁੱਟਿਆ ਹੋ ਕਿ ਯਾਰ ਹੋ ਸਕਦਾ ਕਿ ਨਾ ਸਾਡਾ ਕੁਝ ਬਣੇ, ਕਿਉਂਕਿ ਲਗਾਤਾਰ ਕਿਸਾਨ ਸ਼ਹੀਦ ਹੋ ਰਹੇ ਸੀਗੇ, ਡੈਡ ਬੋਡੀਆਂ ਘਰੇ ਆ ਰਹੀਆਂ ਸੀਗੀਆਂ, ਇੱਕ ਤਰ੍ਹਾਂ ਨਾਲ ਮਾਯੂਸ ਹੀ ਹੋ ਰਹੇ ਸੀ ਕਿਸਾਨ। ਪਹਿਲੀ ਚੀਜ਼ ਤਾਂ ਵੀਰੇ ਹੈ ਨਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹੋ। ਪਹਿਲੀ ਚੀਜ਼ ਮੈਂ ਇਸ ਚੀਜ਼ ਦਾ ਜਵਾਬ ਇਹ ਦੇਣਾ ਚਾਹੂੰਗਾ ਵੀ ਦਿਲ 'ਚ ਕਦੀ ਮਾਯੂਸੀ ਨਹੀਂ ਹੋਈ ਸੀਗੀ, ਕਿਉਂਕਿ ਸਾਨੂੰ ਭਰੋਸਾ ਸੀਗਾ ਜਿਹੜੇ ਜਥੇਬੰਦੀਆਂ ਵਾਲੇ ਉੱਥੇ ਬੈਠੇ ਨੇ
ਉਹਨਾਂ ਨੂੰ 30 40 ਸਾਲ ਦਾ ਐਕਸਪੀਰੀਅੰਸ ਹੈਗਾ ਉਹ ਉਹੀ ਨਹੀਂ ਸਾਨੂੰ ਦਿੱਲੀ ਦੀ ਬਰੂਹਾਂ ਤੇ ਲੈ ਕੇ ਬੈਠੇ ਸੀ। ਪਿਛਲੇ ਸਾਲ 2020 26 ਨਵੰਬਰ ਨੂੰ ਇੱਥੋਂ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਦਾ ਦਿਨ ਹੈਗਾ ਇੱਕ ਵਾਰੀ ਨਹੀਂ। ਹਾਂ, ਜਿਹੜੀ ਤੁਸੀਂ ਦੂਜੀ ਗੱਲ ਪੁੱਛੀ ਉਹਦਾ ਇਹ ਜਵਾਬ ਆ ਕਿ ਦਿੱਲੀ ਕਿੰਨੀ ਵਾਰੀ, ਬਈ ਇਹ ਕੋਈ ਇਹ ਤਾਂ ਹੈ ਨਹੀਂ ਵੀ 2-3 ਵਾਰੀ, ਇਹ ਤਾਂ ਹੁਣ ਯਾਦ ਨਹੀਂ ਕਿੰਨੀ ਵਾਰੀ ਗਏ ਆ ਕਿੰਨੀ ਵਾਰੀ ਨਹੀਂ ਗਏ, ਕਿਉਂਕਿ ਇਹ ਤਾਂ ਇਹ ਸੀਗਾ ਵੀ ਜਿਹੜਾ ਪੰਜਾਬੀ ਨਹੀਂ ਉੱਥੇ ਗੇੜਾ ਨਹੀਂ ਮਾਰੂਗਾ। ਉੱਪਰ ਤੇ ਖੇਤਾਂ ਦੇ ਪੁੱਤ ਹੋ ਕੇ ਸਾਡਾ ਲਾਜ਼ਮੀ ਬਣਦਾ ਸੀਗਾ। ਦੂਜੀ ਸਾਡੇ ਪਿੰਡਾਂ ਵੱਲੋਂ ਡਿਊਟੀ ਲੱਗੀ ਹੋਈ ਸੀ ਵੀ ਤੁਸੀਂ ਨੇ ਮਹੀਨੇ 'ਚ 15 ਦਿਨ ਉੱਥੇ ਲਾ ਕੇ ਹੀ ਆਉਣੇ ਨੇ। ਤੇ ਕੋਈ ਜੇ ਤੁਸੀਂ ਗੱਲ ਕਰਦੇ ਹੋ ਵੀ ਬਿੱਲ ਵਾਪਸੀ ਦਾ, ਜਦ ਮੈਨੂੰ ਭੁੱਖੇ ਨਹੀਂ ਸੀ, ਹੁਣ ਤੁਸੀਂ ਮੇਰੇ ਮੂੰਹ 'ਚ ਰੋਟੀ ਥੁੰਨੀ ਜਾਓਗੇ ਮੈਂ ਬਾਹਰ ਤਾਂ ਕੱਢੂਗਾ ਹੀ। ਹੁਣ ਆ ਕੇ ਉਹਨੂੰ ਸ਼ਰਮ ਆ ਗਈ ਵੀ ਇਹ ਤਾਂ ਨਜਾਇਜ਼ ਕਰ ਰਿਹਾ ਮੈਂ, ਇੰਟਰਨੈਸ਼ਨਲ ਲੈਵਲ ਤੇ ਐਡੀ ਬੇਇੱਜ਼ਤੀ ਹੋ ਕੇ ਸਾਰਾ ਕੁਝ ਹੋ ਕੇ। ਸਭ ਤੋਂ ਵੱਡੀ ਗੱਲ ਆਪਾਂ ਸਾਰਿਆਂ ਨੂੰ ਦੇਖਦਾ ਵੀ ਯੂਪੀ ਇਲੈਕਸ਼ਨ ਕਰਕੇ ਸਾਰਾ ਕੁਝ ਹੋਇਆ। ਜੇ ਐਡਾ ਇਹਦਾ ਤਪੱਸਿਆ ਐਡੀ ਸੱਚੀ ਸੀਗੀ, ਜਦ ਦੇ ਬੈਠੇ ਸੀਗੇ ਸਾਲ ਵਾਂਗੂ, ਜਦ ਇਹਦੀ ਤਪੱਸਿਆ 'ਚ ਨਹੀਂ ਦਿਖਿਆ ਵੀ ਉਹ ਕਿਸਾਨ ਸ਼ਹੀਦ ਹੋ ਰਹੇ ਨੇ, ਉਹ ਸਾਡੀਆਂ ਮਾਵਾਂ ਜਿਹੜੀ ਟਿੱਪਰ ਦੇ ਹੇਠ ਆਈਆਂ ਨੇ, ਲਖੀਮਪੁਰ ਖੀਰੀ 'ਚ ਸਾਡੇ ਨੌਜਵਾਨ ਦੜੇ ਗਏ, ਜਦ ਇਹਦੀ ਤਪੱਸਿਆ ਕਿੱਥੇ ਦਾ, ਇੰਨਾ ਕਣੀ ਤਪੱਸਵੀ ਹੈ ਇਹ ਜੀ। ਸੋ ਬਲਦੀਪ, ਤੁਸੀਂ ਦੇਖਿਆ ਕਿ ਨੌਜਵਾਨਾਂ ਦੇ ਖੁਦ ਦੇ ਤਜਰਬੇ ਨੇ। ਉਹਨਾਂ ਦਾ ਕਹਿਣਾ ਕਿ ਸਾਨੂੰ ਯਕੀਨ ਸੀ ਕਿ ਸੰਘਰਸ਼ ਜਿੱਤਾਂਗੇ, ਕਿਉਂਕਿ ਜੋ ਕਿਸਾਨ ਆਗੂ ਨੇ ਲਗਾਤਾਰ ਨੌਜਵਾਨਾਂ ਦਾ, ਪੰਜਾਬ ਦੇ ਲੋਕਾਂ ਦਾ ਉਹਨਾਂ ਦੇ ਉੱਪਰ ਯਕੀਨ ਬਣਿਆ ਹੋਇਆ। ਹੋਰ ਵੀ ਇੱਥੇ ਸਾਡੇ ਨਾਲ ਨੌਜਵਾਨ ਨੇ। ਕਿਵੇਂ ਦੇਖਦੇ ਹੋ, 1 ਸਾਲ ਲਗਾਤਾਰ ਬੈਠੇ ਰਹੇ ਹੋ ਔਰ ਸਰਦੀਆਂ ਗਰਮੀਆਂ ਅਸੀਂ ਆਪਣੇ ਪਿੰਡਾਂ ਤੇ ਹੰਡਾਈਆਂ ਨੇ? ਕੋਈ ਫਰਕ ਨਹੀਂ ਹੈ ਸਰਦੀਆਂ ਦਾ। ਸਾਨੂੰ ਸਰਦੀਆਂ ਦਾ ਕੋਈ ਡਰ ਨਹੀਂ ਸੀਗਾ, ਗਰਮੀਆਂ ਦਾ ਕੋਈ ਡਰ ਨਹੀਂ ਸੀਗਾ, ਤੇ ਵਧੀਆ ਅਸੀਂ ਡਟੇ ਹੋਏ ਸੀ ਉੱਥੇ ਤੇ ਡਟੇ ਰਹਾਂਗੇ। ਰਿਸ਼ੀ, ਇੱਕ ਮੈਂ ਗੱਲ ਬੜੀ ਅਹਿਮ ਜਾਣਨਾ ਚਾਹੂੰਗਾ ਰਿਸ਼ੀ, ਕਿ 2017 ਦੇ ਵਿੱਚ ਇੱਕ ਮਸਲੇ ਨੂੰ ਬੜਾ ਉਭਾਰਿਆ ਗਿਆ ਸੀਗਾ ਰਿਸ਼ੀ, ਜਿਸ ਦੇ ਵਿੱਚ ਕਿ ਨਸ਼ਿਆਂ ਦਾ ਮਸਲਾ ਸੀਗਾ। ਨਸ਼ਿਆਂ ਦੇ ਮੁੱਦੇ ਨੂੰ ਬੜਾ ਜ਼ੋਰਾਂ ਸ਼ੋਰਾਂ ਦੇ ਨਾਲ ਸਿਆਸੀ ਪਾਰਟੀਆਂ ਵੱਲੋਂ ਉਭਾਰਿਆ ਗਿਆ ਸੀ। ਦੇ ਵਿੱਚ ਨਹੀਂ ਪਤਾ ਸੀ ਮੁੰਡਿਆਂ ਨੂੰ, ਉਹ ਇੰਨੇ ਨਾਲ ਜੇ ਮੋਦੀ ਨੇ ਹਮਲਾ ਕੀਤਾ ਤੇ ਬੜੀਆਂ ਚੀਜ਼ਾਂ ਉਹਨਾਂ ਨੇ ਉੱਥੋਂ ਸਿੱਖੀਆਂ, ਉਹਨਾਂ ਦੀ ਜ਼ਮੀਰ ਜਾਗੀ, ਉਹਨਾਂ ਨੂੰ ਬਹੁਤ ਚੀਜ਼ਾਂ ਦਾ ਪਤਾ ਲੱਗਾ। ਉੱਥੇ ਜਾ ਕੇ ਦਿੱਲੀ ਉਹਨਾਂ ਨੇ ਸਾਲ ਹੋ ਗਿਆ, ਸਾਡੇ ਬਜ਼ੁਰਗ ਬੈਠੇ ਨਾਲ, ਨੌਜਵਾਨ ਵੀ ਜਾ ਕੇ ਬੈਠੇ ਨਹੀਂ, ਆਮ ਯੂਨੀਅਨਾਂ ਦੇ ਵਿੱਚ ਬਜ਼ੁਰਗ ਜਾਂਦੇ ਹੁੰਦੇ ਸੀਗੇ ਜੀ। ਇਹ ਚੱਕਰ ਹੋਇਆ, ਇਹਦੇ ਨਾਲ ਸਭ ਨੌਜਵਾਨ ਵੀ ਮੂਹਰੇ ਲੱਗੇ ਹੋਏ ਆ ਜੀ ਬਹੁਤ। ਇਹਨੂੰ ਆਪਾਂ ਤਾਂ ਪੋਜ਼ਿਟਿਵ ਲੈਂਦੇ ਆ ਜੀ, ਵਧੀਆ ਵਾ। ਤੇ ਸਾਡੇ ਨੌਜਵਾਨਾਂ ਨੂੰ ਇਹਦੇ ਨਾਲ ਪਤਾ ਲੱਗ ਗਿਆ ਵੀ ਅਸੀਂ ਕੌਣ ਆ, ਕਿੱਥੋਂ ਆਏ, ਕੀ ਸਾਡੀ ਖੇਤੀ ਹੈ ਜੀ। ਬਲਦੀਪ, ਗੱਲ ਕਰੀਏ 2017 ਦੀ ਤਾਂ ਉਸ ਵਕਤ ਨਸ਼ਾ ਦਾ ਮੁੱਦਾ ਬੜਾ ਉਭਾਰਿਆ ਗਿਆ ਸੀ ਔਰ ਇਸ ਦੇ ਉੱਪਰ ਇੱਕ ਬਾਲੀਵੁੱਡ ਦੀ ਫਿਲਮ ਉੜਤਾ ਪੰਜਾਬ ਵੀ ਬਣੀ ਸੀ, ਜੇ ਕਿ ਸਿੱਧੇ ਤੌਰ ਤੇ ਪੰਜਾਬ ਦੀ ਜਵਾਨੀ ਦੇ ਉੱਪਰ ਇੱਕ ਠੱਪਾ ਲਾਇਆ ਗਿਆ ਸੀ ਨਸ਼ਿਆਂ ਦਾ। ਪਰ ਜਦ ਤੋਂ ਕਿਸਾਨੀ ਸੰਘਰਸ਼ ਚੱਲਿਆ, ਲਗਾਤਾਰ ਪੰਜਾਬ ਦੇ ਨੌਜਵਾਨਾਂ ਨੇ ਉਸ ਠੱਪੇ ਨੂੰ ਲਾ ਕੇ ਉਹ ਮਾਰਿਆ ਔਰ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਜਵਾਨੀ ਉੜਦੀ ਨਹੀਂ, ਪੰਜਾਬ ਦੀ ਜਵਾਨੀ ਉਡਾਉਂਦੀ ਹੈ ਔਰ ਅੜ ਵੀ ਸਕਦੀ ਹੈ, ਆਪਣੇ ਹੱਕ ਲੈਣ ਦੇ ਲਈ ਖੜੀ ਹੈ। ਅੱਜ ਪੰਜਾਬ, ਜੇਕਰ ਗੱਲ ਕਰੀਏ ਦਿੱਲੀ ਦੀ, ਤਾਂ ਦਿੱਲੀ ਦੇ ਵਿੱਚ ਜੇਕਰ ਸਾਡੇ ਬਜ਼ੁਰਗ ਬੈਠੇ ਨੇ ਤਾਂ ਉਨੀ ਹੀ ਗਿਣਤੀ ਉੱਥੇ ਨੌਜਵਾਨਾਂ ਦੀ ਹੈ ਜਿਨ੍ਹਾਂ ਦੇ ਉੱਪਰ ਇਹਨਾਂ ਨੇ ਉੜਤਾ ਪੰਜਾਬ ਹੋਣ ਦਾ ਠੱਪਾ ਲਾਇਆ ਸੀ। ਸੋ ਇਹਨਾਂ ਨਾਲ ਨੌਜਵਾਨਾਂ ਨਾਲ ਹੋਰ ਵੀ ਗੱਲਬਾਤ ਕਰਾਂਗੇ। ਕਿਵੇਂ ਦੇਖਦੇ ਹੋ, ਲਗਾਤਾਰ ਉੜਤਾ ਪੰਜਾਬ ਫਿਲਮ ਵੀ ਬਣੀ ਔਰ ਠੱਪਾ ਵੀ ਲਾਇਆ ਗਿਆ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ, ਤੁਸੀਂ ਕਿਵੇਂ ਦੇਖਦੇ ਹੋ? ਗੱਲ ਇੱਥੋਂ ਨਾ ਇੱਕ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਇੱਕ ਹੋਰ ਗੱਲ ਇਹ ਦੱਸਣਾ ਚਾਹੁੰਦਾ ਵੀ ਸਾਰੇ ਦੇਸ਼ ਦੇ ਨੂੰ ਪਹਿਲਾਂ ਮੈਨੂੰ ਇਹ ਦੱਸੋ ਵੀ ਯਾਰ ਵੀ ਆਪਾਂ ਇਹ ਚੀਜ਼ ਕਹਿੰਦੇ ਆ ਵੀ ਪੰਜਾਬ 'ਚ ਨਸ਼ੇੜੀ ਬੰਦੇ ਨੇ, ਨਸ਼ੇੜੀ ਸਾਰਾ ਕੁਝ ਹੈਗਾ, ਆਪਾਂ ਸਾਰਾ ਕਹਿੰਦੇ ਆ। ਮੈਂ ਕਹਿੰਦਾ ਵੀ ਕਦੇ ਜਾ ਕੇ ਦੇਖੋ ਦਿੱਲੀ ਦੀਆਂ ਟ੍ਰੇਨਾਂ ਦੇ ਵਿੱਚ ਜਾ ਕੇ ਦੇਖੋ ਜਾਂ ਯੂਪੀ ਬਿਹਾਰ ਜਾ ਕੇ ਦੇਖੋ, ਤੁਹਾਨੂੰ ਕੰਧਾਂ ਕਿੱਥੇ ਲਿਬੜੀਆਂ ਮਿਲਦੀਆਂ ਨੇ। ਸਾਡੀਆਂ ਕੋਈ ਜਨਾਨੀ ਜਰਦੇ ਖਾਂਦੀ ਹੈ? ਉੱਥੇ ਦੇਖੋ ਜਾ ਕੇ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੀਆਂ ਆਲਰੇਡੀ ਜਿਹਨਾਂ ਜਨਾਨੀਆਂ ਵੀ ਜਰਦੇ ਖਾਂਦੀਆਂ ਨੇ, ਗੁਟਕੇ ਖਾਂਦੀਆਂ ਨੇ, ਤੇ ਸਾਡੇ ਤਾਂ ਇੱਥੇ ਨਸ਼ਾ ਜਿੱਥੋਂ ਤੁਸੀਂ ਬਦਨਾਮ ਕਰ ਰਹੇ ਹੋ ਉਹ ਸਾਰੇ ਦੇਸ਼ ਨੂੰ ਅੰਨ ਦੇ ਰਿਹਾ ਆ। ਉਹ ਜਿਹੜਾ ਸੂਬਾ ਹੈ ਉਹ ਸਾਰੇ ਦੇਸ਼ ਨੂੰ ਅੰਨ ਦੇ ਰਿਹਾ, ਤੁਸੀਂ ਨਜਾਇਜ਼ ਬਦਨਾਮ ਕਰਨ ਲੱਗੇ ਹੋ। ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਲੋਕ ਨੇ ਯਾਰ ਜਿਹੜੇ ਆਪਣੀ ਸ਼ੇਅਰ ਕਰ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਵੀ ਇਹ ਉੜਤਾ ਪੰਜਾਬ ਹੈ ਜੀ, ਇਹਦਾ ਸੱਚ ਬੋਲ ਰਹੇ ਨੇ। ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਸ਼ੁਰੂ ਤੋਂ ਬਥੇਰੀ ਚੀਜ਼ਾਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਸਭ ਕੁਝ ਹੋਇਆ ਇੱਥੇ, ਪਰ ਇਹ ਚੀਜ਼ ਕਦੇ ਨਹੀਂ ਦਬੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਾਂ ਆਪਣਾ ਵਜੂਦ ਪਛਾਣੀਏ ਯਾਰ, ਸਭ ਤੋਂ ਪਹਿਲਾਂ ਕਿ ਪੰਜਾਬ ਕੀ ਹੈ। ਜੇ ਪੰਜਾਬ 'ਚ ਨਸ਼ੇ ਲੈ ਕੇ ਆਏ ਤਾਂ ਨਸ਼ੇ ਕੌਣ ਨੇ, ਲੈ ਕੇ ਆਉਣ ਵਾਲੇ ਬੰਦੇ ਕੌਣ? ਲੀਡਰ। ਤੇ ਉਹੀ ਬੰਦੇ ਨੇ ਜਿਹੜੇ ਯਾਰ ਅੱਜ ਬਿੱਲ ਬਣਾ ਰਹੇ ਨੇ ਸਾਡੇ ਲਈ। ਅਸੀਂ ਉਹਨਾਂ ਦੀ, ਜੇ ਅਸੀਂ ਇਹ ਪ੍ਰੋਟੈਸਟ ਕੀਤਾ ਤਾਂ ਨਸ਼ਿਆਂ ਦੇ ਖਿਲਾਫ ਵੀ ਕਰਾਂਗੇ, ਆਪਾਂ ਸਾਰੇ ਪਾਸੋਂ ਕਰਾਂਗੇ। ਤੇ ਦੂਜਾ ਨੰਬਰ ਗੱਲ ਹੈ ਵੀ ਦੂਜੀ ਸਟੇਟਾਂ ਨਾਲ ਕੰਪੇਅਰ ਕਰਕੇ ਆਪਣਾ ਦੁਰਤਬਾ ਦੇਖਿਆ ਕਰੋ ਪਹਿਲਾਂ ਵੀ, ਹਾਂ ਉਹਨਾਂ ਸਟੇਟਾਂ ਦੇ ਵਿੱਚ ਕਿੰਨੇ ਕੁ ਲੋਕ ਨਸ਼ੇ ਕਰਦੇ ਨੇ। ਉਹਨਾਂ ਦੇ ਜਰਦੇ ਵੀ ਖਾਂਦੀਆਂ ਨੇ ਜਨਾਨੀਆਂ, ਲਾਲ ਵੀ ਕਰਦੇ ਨੇ, ਕੰਧਾਂ ਲਾਲ ਕੀਤੀਆਂ ਪਈਆਂ ਹੁੰਦੀਆਂ ਨੇ। ਤੇ ਆਪਣੇ ਕਿੱਥੇ ਯਾਰ ਮੋਹਾਲੀ ਚੰਡੀਗੜ੍ਹ ਆ ਪੰਜਾਬ 'ਚ ਜਾ ਕੇ ਦੇਖੋ, ਕੋਈ ਟ੍ਰੇਨ ਲਿਬੜੀ ਲੱਗਦੀ, ਉਹਨੂੰ ਕੋਈ ਬੱਸ ਲਿਬੜੀ ਹੋਊਗੀ। ਸਾਡੇ ਨਾਲ ਹੋਰ ਵੀ ਨੌਜਵਾਨ ਨੇ, ਗੱਲਬਾਤ ਕਰਾਂਗੇ। ਕਿਵੇਂ ਦੇਖਦੇ ਹੋ, ਲਗਾਤਾਰ 2017 ਦੇ ਵਿੱਚ ਸਰਕਾਰ ਵੀ ਇਸ ਮੁੱਦੇ ਤੇ ਬਣੀ ਸੀ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਮੈਂ ਪੰਜਾਬ 'ਚ ਨਸ਼ੇ ਖਤਮ ਕਰਾਂਗਾ ਔਰ ਉੜਤਾ ਪੰਜਾਬ ਵਰਗੇ ਫਿਲਮਾਂ ਬਣੀਆਂ, ਪਰ ਪੰਜਾਬ ਦਾ ਨੌਜਵਾਨ ਇਹੋ ਜਿਹਾ ਨਹੀਂ ਸੀ ਔਰ ਉਸਨੇ ਸਾਬਿਤ ਕਰਤਾ ਸੰਘਰਸ਼ ਦੇ ਵਿੱਚ।
ਬਾਈ ਜੀ ਸਭ ਤੋਂ ਪਹਿਲਾਂ ਮੈਂ ਕੈਪਟਨ ਸਾਹਿਬ ਦੇ ਬਾਅਦ ਚ ਆਉਂਗਾ। ਪਹਿਲੀ ਚੀਜ਼ ਮੈਂ ਤੁਹਾਨੂੰ ਇਹ ਐਡ ਕਰਨੀ ਚਾਹੁੰਦਾ ਵੀ ਜ਼ਿਆਦਾ ਦੂਰ ਨਹੀਂ, ਹੁਣੀ ਰੀਸੈਂਟਲੀ ਇਸੇ ਸਾਲ ਦੀ 2-2.5 ਮਹੀਨੇ ਪਹਿਲਾਂ ਦੀ ਗੱਲ ਹੈ, ਗੁਜਰਾਤ ਚ ਅਡਾਨੀ ਦੇ ਆਪਣਾ ਪੋਰਟ ਚੋਂ ਕਿੰਨੇ ਹਜ਼ਾਰ ਕਿਲੋ ਕੁਆਂਟਲ ਟਨਾਂ ਦੇ ਹਿਸਾਬ ਨਾਲ ਮਿਲਿਆ। ਠੀਕ ਹੈ, ਜਿਹੜੇ ਪੰਜਾਬ ਤੇ ਠੱਪਾ ਲਾਉਂਦੇ ਨੇ ਵੀ ਪੰਜਾਬ 'ਚ ਨਸ਼ੇੜੀ ਹੈ, ਪੰਜਾਬ ਨਸ਼ਿਆਂ ਦਾ ਖਾਇਆ ਹੋਇਆ ਹੈ। ਪਹਿਲੀ ਚੀਜ਼, ਪੰਜਾਬ 'ਚ ਨਸ਼ਾ ਬਾਰਡਰ ਤੋਂ ਨਹੀਂ ਆਉਂਦਾ, ਪੰਜਾਬ 'ਚ ਨਸ਼ਾ ਆਉਂਦਾ ਦਿੱਲੀ ਤੋਂ, ਤੇ ਉਹ ਵੀ ਸਾਡੇ ਕੋਲੇ ਨਹੀਂ। ਸਿਰਫ ਲਾ ਲਓ ਹੁਣ ਕਹਿ ਦਿੰਦੇ ਆ ਵੀ 100 ਚੋਂ 100 ਨਹੀਂ ਵਧੀਆ ਹੁੰਦੇ, ਹੈਗੇ ਨੇ 2-3 ਉਹ ਕਰਦੇ ਹੋਣਗੇ। ਠੀਕ ਹੈ, ਮਗਰ ਉਹਨਾਂ ਨੂੰ ਸਹੀ ਕਰਨ ਮਾਰੇ ਤੁਸੀਂ ਜਿਹੜੇ 97 ਬੰਦੇ ਆ ਉਹਨਾਂ ਨੂੰ ਗਲਤ ਠਹਿਰਾ ਰਹੇ ਹੋ। ਉਹ ਤਾਂ ਸਾਰਿਆਂ ਨੇ ਇੰਟਰਨੈਸ਼ਨਲ ਲੈਵਲ ਦੇਖ ਲਿਆ ਵੀ ਕਿਹੜੇ ਪੰਜਾਬ ਦੇ ਨਸ਼ੇੜੀ ਨੇ, ਉਹ ਬੈਰੀਕੇਡ ਪੱਟ ਸਕਦੇ ਨੇ, ਉਹ ਸਾਰਾ ਪੱਟ ਕੇ ਰੱਖਦੇ ਆ। ਦੂਜੀ ਸਭ ਤੋਂ ਵੱਡੀ ਗੱਲ, ਬਠਿੰਡਾ 'ਚ ਦਮਦਮਾ ਸਾਹਿਬ ਤਖਤ ਦੇ ਉੱਪਰ ਗੁੜਕਾ ਸਾਹਿਬ ਕਰਕੇ ਕੈਪਟਨ ਸਾਹਿਬ ਨੇ ਸਹੁੰ ਖਾਦੀ, ਮੈਂ 4 ਹਫ਼ਤਿਆਂ 'ਚ ਲੱਕ ਤੋੜ ਦੂੰਗਾ। ਉਹ ਤਾਂ ਲੱਕ ਤੋੜ ਨਹੀਂ ਸਕਿਆ, ਮਗਰ ਗੁਰੂ ਨਾਨਕ ਦੇਵ ਜੀ ਨੇ ਉਹਦਾ ਲੱਕ ਤੋੜਤਿਆ। ਜਿਹੜਾ ਕਿਸੇ ਨੂੰ ਮਿਲਣ ਦਾ ਟਾਈਮ ਨਹੀਂ ਦਿੰਦਾ ਸੀਗਾ, ਕੱਲ ਪਰਸੋਂ ਦੇਖਿਆ ਹੋਣਾ ਉਹ ਕੌਂਸਲਰਾਂ ਦੇ ਵਿੱਚ ਖੜੇ ਸੀ, ਜਦ ਕਿ ਪੁਲਿਸ ਵਾਲੇ ਉਹਦੀ ਕੈਪਟਨ ਦੀ ਗੱਡੀ ਦੇਖ ਕੇ ਸਿਕਿਉਰਿਟੀ ਕਲੀਅਰ ਕਰਦੇ ਸੀ। ਠੀਕ ਹੈ ਰਿਸ਼ੀ, ਤੁਸੀਂ ਗੱਲਬਾਤ ਜਾਰੀ ਰੱਖੋ। ਸੋ ਫਿਲਹਾਲ ਜੋ ਕਿਸਾਨ ਤੁਹਾਨੂੰ ਦਿਖਾ ਰਹੇ ਸੀ ਚੰਡੀਗੜ੍ਹ ਮੋਹਾਲੀ ਦੇ ਵਿੱਚ, ਇੱਕ ਪਾਸੇ ਸਿੰਘੂ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਅੱਜ ਜਿਹੜੇ ਵੱਡੇ ਇਕੱਠ ਦੇ ਨਾਲ ਉਹ ਸ਼ਾਮਲ ਹੋਏ ਨੇ, ਔਰ ਵੱਡੇ ਇਕੱਠ ਉਹਨਾਂ ਨੇ ਦਿਖਾਇਆ। ਉੱਥੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਸਿੰਘੂ, ਟਿੱਕਰੀ, ਗਾਜ਼ੀਪੁਰ ਬਾਰਡਰ ਦੇ ਵਿੱਚ ਪਹੁੰਚੇ ਨੇ, ਤੇ ਦੂਜੇ ਪਾਸੇ ਚੰਡੀਗੜ੍ਹ ਮੋਹਾਲੀ ਤੇ ਹੋਰ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਿਸਾਨਾਂ ਨੇ ਅੱਜ ਜਿਹੜਾ 1 ਸਾਲ ਪੂਰਾ ਹੋਣ ਦੇ ਉੱਪਰ ਇਕੱਤਰਤਾ ਕੀਤੀ ਆ, ਔਰ ਵੱਖ-ਵੱਖ ਤਰ੍ਹਾਂ ਦੀਆਂ ਜੋ ਆਪਣੇ ਗੱਲਬਾਤ ਪ੍ਰਤੀਕਰਮ ਰੱਖ ਰਹੇ ਨੇ ਕਿ ਜਿੰਨੀ ਦੇਰ ਤੱਕ 6 ਮੰਗਾਂ ਜਿਹੜੀਆਂ ਬਾਕੀਆਂ ਹੋਰ ਨੇ ਕਿਸਾਨਾਂ ਦੀਆਂ, 3 ਖੇਤੀ ਕਾਨੂੰਨਾਂ ਤੋਂ ਇਲਾਵਾ ਜਿਸ ਕੀ MSP ਦੀ ਗਰੰਟੀ ਤੇ 5 ਮੰਗਾਂ ਹੋਰ ਨੇ, ਜਦ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ ਉਸ ਵੇਲੇ ਤੱਕ ਜਿਹੜਾ ਉਹ ਪੰਜਾਬ ਤੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਜਾਂਦੇ ਰਹਿਣਗੇ ਤੇ ਧਰਨਾ ਜਾਰੀ ਰੱਖਣਗੇ। ਸੋ ਫਿਲਹਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ।